ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਗੁਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਤੋ ਪਾਠ ਕਾ ਨਾਮ ਤਿਲੋਕਾ, ਤੂਤਾ ਮਹਿਤਾ ਜਿਸ ਮਨ ਰੋਕਾ। ਹੁਤੋ ਪਾਠ ਕਾ ਨਾਮ ਤਿਲੋਕਾ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਜੁਗੋ ਜੁਗ ਅਟਲ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਦਮਦਮੀ ਟਕਸਾਲ ਦੇ ਮੁੱਖ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹਰ ਸਾਲ ਦੀ ਤਰ੍ਹਾਂ ਜੂਨ
1984 ਦਾ ਜੋ ਤੀਸਰਾ ਘੱਲੂਘਾਰਾ ਹੋਇਆ, ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਬਹੁਤ ਹੀ ਸ਼ਰਧਾ, ਭਾਵਨਾ, ਵੈਰਾਗ ਅਤੇ ਉਤਸ਼ਾਹ ਦੇ ਨਾਲ ਆਪ ਸੰਗਤਾਂ ਜੁੜ ਕਰਕੇ ਹਾਜ਼ਰੀਆਂ ਭਰਦੇ ਹੋ। ਅੱਜ ਉਸ ਘੱਲੂਘਾਰੇ ਦਾ ਦੂਸਰਾ ਦਿਹਾੜਾ ਹੈ ਔਰ ਦੂਸਰੇ ਦਿਨ ਦਾ ਅੱਜ ਇਸ ਸਥਾਨ ਤੇ ਸ਼ਹੀਦੀ ਸਮਾਗਮ ਹੈ। ਆਪ ਜੀ ਨੇ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥਿਆਂ ਤੋਂ, ਭਾਈ ਗੁਰਲਾਲ ਸਿੰਘ ਜੀ ਦੇ ਜਥੇ ਤੋਂ, ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ। ਉਸ ਤੋਂ ਉਪਰੰਤ ਬਹੁਤ ਹੀ ਸਨਮਾਨਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਨੇ ਆਪ ਜੀ ਨੂੰ ਬਹੁਤ ਹੀ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਜਿੱਥੇ ਆਪਾਂ ਸ਼ਹੀਦਾਂ ਦੀ ਯਾਦ ਮਨਾ ਰਹੇ ਹਾਂ ਔਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਬਲੀ ਯੋਧੇ ਮਹਾਂਪੁਰਖ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰ ਰਹੇ ਹਾਂ। ਉੱਥੇ ਅੱਜ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਗੁਰਤਾ ਗੱਦੀ ਗੁਰਪੁਰਬ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਹਾੜਿਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜੋ ਅਸਥਾਨ ਕੋਠਾ ਸਾਹਿਬ ਹੈ, ਜਿਸ ਨੂੰ ਕੋਠੜੀ ਸਾਹਿਬ ਵੀ ਕਿਹਾ ਜਾਂਦਾ ਸੀ, ਉਸ ਪਾਵਨ ਪਵਿੱਤਰ ਅਸਥਾਨ ਤੇ ਲਗਭਗ ਰਾਤਰੀ ਦੇ ਸਮੇਂ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਮੁਖੀ ਸਿੱਖਾਂ ਨੂੰ ਆਪਣੇ ਪਾਸ ਬੁਲਾਇਆ ਔਰ ਕੋਠਾ ਸਾਹਿਬ ਦੇ ਅੰਦਰ ਬੈਠ ਕਰਕੇ ਸਤਿਗੁਰੂ ਜੀ ਨੇ ਆਪਣੀ ਪਾਵਨ ਸ਼ਹੀਦੀ ਦੇਣ ਦਾ ਸਾਰਾ ਕਾਰਨ ਇਹਨਾਂ ਗੁਰਸਿੱਖਾਂ ਨੂੰ ਸਮਝਾਉਣਾ ਕੀਤਾ ਔਰ ਇਹ ਵੀ ਵਚਨ ਕੀਤਾ ਕਿ ਅੱਜ ਤੋਂ 13 ਦਿਨਾਂ ਬਾਅਦ ਅਸੀਂ ਸ਼ਹੀਦੀ ਦੇ ਦੇਣੀ ਹੈ। ਇਸ ਕਰਕੇ ਸ਼ਹਾਦਤ ਦੇਣ ਦਾ ਸਮਾਂ ਬਹੁਤ ਨੇੜੇ ਹੈ। ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦੇ ਯੋਗ ਹਨ, ਇਸ ਕਰਕੇ ਉਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਜਾਏ। ਧੰਨ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ ਸਤਿਗੁਰੂ ਜੀ ਦੇ ਨਾਲ ਹੁਕਮਾਂ ਅੱਗੇ ਨਤਮਸਤਕ ਹੁੰਦਿਆਂ ਮੇਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਠਾ ਸਾਹਿਬ ਦੇ ਅੰਦਰ ਲੈ ਕੇ ਆਏ। ਉਦੋਂ ਅਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਨਹੀਂ ਹੋਈ ਸੀ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਬਾਅਦ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਤੋਂ ਉਪਰੰਤ ਹੋਈ ਹੈ। ਇਹ ਕੋਠਾ ਸਾਹਿਬ ਜੀ ਦੀ ਸਾਰੀ ਸੇਵਾ, ਇਹ ਸਥਾਨ ਬਣਾਉਣ ਦੀ ਸੇਵਾ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਕਰਵਾਉਣਾ ਕੀਤੀ ਸੀ। ਜਿੱਥੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਦੇ ਅੰਦਰ ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੋਨੇ ਦੀ ਪਾਲਕੀ ਵਿੱਚ ਸੁਭਾਏਮਾਨ ਕਰਕੇ ਸੰਗਤਾਂ ਲੈ ਕੇ ਜਾਂਦੀਆਂ ਹਨ ਔਰ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਨ ਤੋਂ ਉਪਰੰਤ ਕੀਰਤਨ ਸੋਹਲੇ ਸਾਹਿਬ ਜੀ ਦਾ ਪਾਠ ਅਤੇ ਅਰਦਾਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਨਹਿਰੀ ਪਾਲਕੀ ਦੇ ਵਿੱਚ ਸੁਭਾਏਮਾਨ ਕਰਕੇ ਬਾਪ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਕੋਠਾ ਸਾਹਿਬ ਅਸਥਾਨ ਤੇ ਲਿਆ ਕੇ ਸੁਖਾਸਨ ਅਸਥਾਨ ਤੇ ਸਤਿਗੁਰੂ ਜੀ ਨੂੰ ਬਿਰਾਜਮਾਨ ਕੀਤਾ ਜਾਂਦਾ ਹੈ। ਇਸ ਅਸਥਾਨ ਤੇ 6ਵੇਂ ਪਾਤਸ਼ਾਹ ਜੀ ਨੂੰ ਲਿਆਂਦਾ ਗਿਆ ਔਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ 5 ਪੈਸੇ ਅਤੇ ਨਾਰੀਅਲ ਆਪਣੇ ਹਸਤ ਕਮਲਾਂ ਦੇ ਵਿੱਚ ਲੈ ਕਰਕੇ ਸੰਮਤ 1663 ਬਿਕਰਮੀ ਔਰ ਅਸ਼ਟਮੀ
जेठ बदी अष्टमी 1605 ईस्वी 15 मई ਨੂੰ ਅੱਜ ਦੇ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ। ऐसे मेरे सतगुरु जी का आप संगतां बड़ी शरधा भावना उत्साह दे नाल श्री अकाल तख्त साहिब सचखंड श्री हरमंदर साहिब अते होर अस्थानां ते भी और इस अस्थान ते भी आपां मीरी पीरी दे मालक धन सतगुरु श्री गुरु हरगोबिंद साहिब सच्चे पातशाह जी का गुरता गद्दी गुरपुरब मना रहे हाँ। आप संगतां नूं सतगुरु जी के गुरता गद्दी गुरपुरब की लख लख बधाई होवे। और अज तो 13 दिन बाद 14 जून नूं धन श्री गुरु अर्जन देव सच्चे पातशाह जी का शहीदी गुरपुरब भी मनाया जाना है। सो साध संगत जी, जिथे अज मेरी पीरी दे मालक सतगुरु जी का गुरता गद्दी गुरपुरब है, भाई गुरदास जी का फरमान है, हों कुरबानी तिना गुरसिखां भाई भगत गुरपुरब करंदे। मैं उन्होंने गुरसिखां तो भाई साहब कहते बलिहार कुरबान जाता हाँ, जिहड़े मेरे सतगुरु के गुरपुरबां दे समागम करते कराउंदे अते मनाउंदे हन। जिस महापुरख की याद विच बैठे हो, इन्हां ने जिन्ना चिर जथेबंदी की सेवा निभाई अखीरले समय तक सारे 10 गुरु साहिबानां दे गुरपुरब, भावें अवतार गुरपुरब हुंदे, भावें गुरता गद्दी गुरपुरब, भावें ज्योति जोत समाउण दे गुरपुरब, भावें शहीदी गुरपुरब, ये सारे गुरपुरब महापुरख बड़ी शरधा भावना नाल मनाया करते सन। अखंड पाठ जथे विच करवा के कीर्तन कथा करके आप विशेष तौर पर सारियां सेवावां निभाउंदे रहे। और अज साध संगत जी महापुरख संत बाबा जरनैल सिंह जी खालसा पिंडरां वालियां दा जन्म दिहाड़ा भी आपां मना रहे हाँ। रागी भाई कुलदीप सिंह जी ने सब तो पहला शब्द पढ़िया सी, जिसका तन मन धन सब तिसका सोई सुगड़ सुजानी, तिन ही सुनिया दुख सुख मेरा तो बिद नीकी खटानी। कुदरत का संयोग है, उन्होंने शब्द भी वो पढ़िया ਜਿਹੜਾ शब्द श्री मुखवाक के रूप ਦੇ ਵਿੱਚ ਅੱਜ ਦੇ ਦਿਨ ਮਹਾਂਪੁਰਖਾਂ ਦਾ ਜਨਮ ਹੋਣ ਤੋਂ ਬਾਅਦ ਉਹਨਾਂ ਦੇ ਪਿਤਾ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਨੇ ਆਪ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਰਬਲੋਹ ਦੇ ਬਾਟੇ ਵਿੱਚ ਜਲ ਅਤੇ ਪਤਾਸੇ ਪਾ ਕੇ ਕਿਰਪਾਨ ਨਾਲ ਅੰਮ੍ਰਿਤ ਤਿਆਰ ਕਰਦਿਆਂ ਹੋਇਆ ਸੰਪੂਰਨ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਜਨਮ ਸੰਸਕਾਰ ਦੀ ਮਰਜ਼ਾਦਾ ਪੂਰੀ ਕੀਤੀ। अरदास की, सतगुरु जी का श्री मुखवाक लिया और माता निहाल कौर जी की गोद विच महापुरखों नूं वो अमृत की दात बख्शिश हुई। और जिसका तन मन धन सब तिसका सोई सुगड़ सुजानी, इस श्री मुखवाक तो जजे अखर तो महापुरखों का नाम भाई जरनैल सिंह रखा गया। सो साध संगत जी, ऐसे सतपुरुषों का अज जन्म दिहाड़ा आपां मना रहे हाँ। वैसे प्रभु दे प्यारे जिहड़े हुंदे आ, जम्मण मरण न तिन को जो हर लड़ लागे, जीवत से प्रवान होए हर कीर्तन जागे। वो जम्मण मरण की कैद तो निर्लेप हुंदे आ, पर फिर भी आपां उन्हां दीआं यादां नूं ताज़ियां करन वास्ते किसी न किसी दिहाड़े नाल संबंधित होण करके उन्हां दी याद नूं मनाईदा है। पंडित गुलाब सिंह जी ने बड़े सुंदर शब्द लिखे है। वो कहते हैं, धन भाई तिन की जननी कृतार्थता जग बेदन गाई, कुल पावन जाहे करी सगरी जग धन पए जह मीत सिखाई। पद कंजन जास पुनीत रज पावन ते जग पाप मटाई, जो भव मंडल माहे भजे खिन एक अकाग्र राम सहाई। पंडित गुलाब सिंह जी कहते हैं, वो माँ धनता दे जोग है। मैं इस माँ के चरणों च बार 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 नमस्कार करदा। जेड़ी माँ ऐसे महापुरख नूं, रब दे प्यारे नूं, संत भगत नूं, सूरमे बहादुर योधे नूं, शहीद नूं
ਮਾਤ ਲੋਕ ਤੇ ਜਨਮ ਦਿੰਦੀ ਹੈ। ਗੁਰਬਾਣੀ ਦਾ ਵੀ ਕਿੰਨਾ ਸੁੰਦਰ ਫਰਮਾਨ ਹੈ, ਧੰਨ ਸੋ ਵੰਸ਼ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਣੇ। ਸਤਿਗੁਰੂ ਜੀ ਫਰਮਾਨ ਕਰਦੇ ਹੈ ਕਿ ਉਹ ਵੰਸ਼, ਉਹ ਖਾਨਦਾਨ ਧਨਤਾ ਦੇ ਯੋਗ ਹੈ। ਜਿਹੜੇ ਖਾਨਦਾਨ ਵਿੱਚ ਮਹਾਂਪੁਰਖਾਂ ਦਾ ਜਨਮ ਹੋਇਆ, ਉਸ ਖਾਨਦਾਨ ਨੂੰ ਬੈਰਾੜ ਵੰਸ਼ ਕਿਹਾ ਜਾਂਦਾ ਹੈ। ਬੈਰਾੜ ਵੰਸ਼, ਬੈਰਾੜਾਂ ਦੇ ਵਿੱਚ ਮਾਲਵੇ ਦੇ ਵਿੱਚ ਬੜਾ ਇਹ ਯੋਧਿਆਂ ਸੂਰਮਿਆਂ ਬਹਾਦਰਾਂ ਦਾ ਗੋਤਰ ਹੈ। ਇਹ ਖਾਨਦਾਨ ਹੈ, ਇਹ ਵੰਸ਼ ਹੈ। ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਫਰਨਾਮੇ ਦੇ ਅੰਦਰ ਬੜੇ ਸੁੰਦਰ ਸ਼ਬਦ ਬੈਰਾੜ ਵੰਸ਼ ਬਾਬਤ ਲਿਖੇ ਹੈ। ਮਹਾਰਾਜ ਨੇ ਕੇਵਲ ਬਰਾੜ ਵੰਸ਼ ਲਈ ਲਿਖੇ ਹੈ। ਹਮ ਹੈ ਕੌਮ ਬੈਰਾੜ ਅਸਤ। ਮਹਾਰਾਜ ਕਹਿੰਦੇ ਮੇਰੀ ਕੌਮ, ਮੇਰਾ ਕਬੀਲਾ ਕੌਣ ਹੈ? ਬੈਰਾੜ ਮੇਰੀ ਕੌਮ ਔਰ ਮੇਰਾ ਕਬੀਲਾ ਹਨ। ਕਿਉਂ ਕਿਹਾ ਸੀ ਸਤਿਗੁਰੂ ਜੀ ਨੇ? ਇਸ ਬੈਰਾੜ ਵੰਸ਼ ਦੇ ਲਾਸਾਨੀ ਮਹਾਂਪੁਰਖ ਸ਼ੂਰਬੀਰ ਯੋਧੇ ਭਾਈ ਦਾਨ ਸਿੰਘ ਜੀ ਹੋਏ। ਜਿਵੇਂ ਮਾਝੇ ਦੀ ਪੱਤ ਭਾਈ ਮਹਾਂ ਸਿੰਘ ਜੀ ਨੇ ਢਕੀ, ਇਸੇ ਤਰ੍ਹਾਂ ਮਾਲਵੇ ਦੀ ਵੀ ਪੱਤ ਭਾਈ ਦਾਨ ਸਿੰਘ ਜੀ ਨੇ ਢਕੀ ਸੀ। ਕਈ ਵਾਰੀ ਮਾਲਵੇ ਦੇ ਕੁਝ ਲੋਕ ਮਾਝੇ ਦੇ ਸਿੰਘਾਂ ਨੂੰ ਨੀਵਾਂ ਦਿਖਾਉਣ ਵਾਸਤੇ ਗੁਰੂ ਕਾਲ ਦੇ ਵਿੱਚ ਇਹੋ ਜਿਹੇ ਸ਼ਬਦ ਵਰਤਿਆ ਕਰਦੇ ਸਨ ਕਿ ਤੁਸੀਂ ਸਤਿਗੁਰੂ ਜੀ ਦਾ ਸਾਥ ਛੱਡ ਗਏ ਸੀ। ਤੇ ਮਹਾਰਾਜ ਜੀ ਨੇ ਉਹਨਾਂ ਦਾ ਮਾਣ ਮੇਟਣ ਵਾਸਤੇ ਕੌਤਕ ਰਚਾਇਆ। ਕਿਉਂ ਰਚਾਇਆ? ਕਿ ਆਪਸ ਦੇ ਵਿੱਚ ਇਹਨਾਂ ਦੀ ਕੋਈ ਨਫ਼ਰਤ ਨਾ ਰਹੇ, ਇੱਕ ਦੂਜੇ ਨੂੰ ਨੀਵਾਂ ਨਾ ਦਿਖਾਏ, ਇਹਨਾਂ ਨੂੰ ਬਰਾਬਰ ਕਰ ਦਈਏ। ਜਦੋਂ ਮਹਾਰਾਜ ਮਾਲਵੇ ਦੀ ਧਰਤੀ ਤੇ ਗਏ, ਜਿੰਨੇ ਵੀ ਬੈਰਾੜ ਸਨ ਉਹਨਾਂ ਦੇ ਮਨ ਵਿੱਚ ਫੁਰਨਾ ਪੈਦਾ ਕਰਤਾ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ। ਪ੍ਰੇਰਕ ਤਾਂ ਉਹੀ ਹੈ। ਆਨੰਦਪੁਰ ਸਾਹਿਬ ਦੇ ਘੇਰਿਆਂ ਵਿੱਚ ਨਾਲ ਰਹੇ। ਉਸ ਤੋਂ ਬਾਅਦ ਸਾਰੇ ਮਾਲਵੇ ਖੇਤਰ ਵਿੱਚ ਸਤਿਗੁਰੂ ਜੀ ਦੀ ਸੇਵਾ ਵੀ ਕੀਤੀ। ਜੰਗਾਂ ਯੁੱਧਾਂ ਵਿੱਚ ਮੁਕਤਸਰ ਸਾਹਿਬ ਤੱਕ ਨਾਲ ਰਹੇ। ਪਰ ਜਦੋਂ ਤੱਕ ਸ੍ਰੀ ਦਮਦਮਾ ਸਾਹਿਬ ਵੱਲ ਨੂੰ ਸਤਿਗੁਰੂ ਜੀ ਜਾਣ ਲੱਗੇ ਨਾ, ਤਾਂ ਬੈਰਾੜਾ ਨੇ ਰਾਤ ਨੂੰ ਸਲਾਹ ਕਰ ਲਈ ਕਿ ਮਹਾਰਾਜ ਨੇ ਇਸ ਤੋਂ ਅੱਗੇ ਡੱਲੇ ਦੀ, ਭਾਈ ਡੱਲੇ ਦੀ ਰਿਆਸਤ ਵਿੱਚ ਚਲੇ ਜਾਣਾ। ਜਦੋਂ ਭਾਈ ਡੱਲੇ ਦੀ ਰਿਆਸਤ ਵਿੱਚ ਮਹਾਰਾਜ ਚਲੇ ਗਏ, ਫਿਰ ਸਾਡਾ ਜ਼ੋਰ ਨਹੀਂ ਚੱਲਣਾ, ਅਸੀਂ ਕੁਝ ਕਹਿ ਨਹੀਂ ਸਕਾਂਗੇ। ਹੁਣ ਸਾਡੀ ਬਰਾੜਾਂ ਦੀ ਰਿਆਸਤ ਹੈ, ਬਰਾੜਾਂ ਦਾ ਇਲਾਕਾ, ਆਪਣੇ ਇਲਾਕੇ ਵਿੱਚ ਹੀ ਫੈਸਲਾ ਕਰ ਲਈਏ। ਕੀ ਫੈਸਲਾ ਕਰ ਲਈਏ? ਕਿ ਕਈ ਮਹੀਨਿਆਂ ਤੋਂ ਮਹਾਰਾਜ ਨੇ ਸਾਨੂੰ ਤਨਖਾਹ ਨਹੀਂ ਦਿੱਤੀ, ਆਪਾਂ ਗੁਰੂ ਸਾਹਿਬ ਤੋਂ ਆਪਣੀ ਤਨਖਾਹ ਮੰਗੀਏ। ਜੇ ਤਨਖਾਹ ਨਹੀਂ ਦੇਣਗੇ ਤਾਂ ਘੋੜਾ ਅੱਗੇ ਡੱਲੇ ਦੀ ਰਿਆਸਤ ਵਿੱਚ ਜਾਣ ਨਹੀਂ ਦਿਆਂਗੇ, ਬਾਗਾਂ ਫੜ ਕੇ ਰਸਤੇ ਵਿੱਚ ਹੀ ਰੋਕਾਂਗੇ। ਦੇਖੋ ਮਨ ਬਦਲਿਆ ਮਹਾਰਾਜ ਸਾਹਿਬ ਨੇ। ਉਹਨਾਂ ਦੀ ਰਾਜਾ, ਉਹਨਾਂ ਦੇ ਕੌਤਕ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਅਗਲੇ ਪੜਾਅ ਨੂੰ ਚੱਲੇ, ਤਾਂ ਬੈਰਾੜਾ ਨੇ ਅੱਗੇ ਆ ਕੇ ਮਹਾਰਾਜ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ। ਜਿਹੜੇ ਮਰ ਮਿਟਣ ਵਾਲੇ ਸਨ, ਅੱਜ ਕਿੱਥੋਂ ਤੱਕ ਉਹਨਾਂ ਦੀ ਬੁੱਧੀ ਕਠੋਰ ਹੋ ਗਈ ਹੈ, ਫਿਰ ਗਈ ਹੈ ਗੁਰੂ ਸਾਹਿਬ ਤੋਂ, ਸ਼ਰਧਾ ਭਾਵਨਾ ਤੋਂ ਹੀਣੇ ਹੋ ਗਏ। ਸਤਿਗੁਰੂ ਮਹਾਰਾਜ ਜੀ ਦੇ ਅੱਗੇ ਬਰਛੀ ਕਰਕੇ ਕਹਿਣ ਲੱਗੇ, ਦੇਖੋ ਜਿਸ ਗੁਰੂ ਤੋਂ ਸ਼ਸਤਰਾਂ ਦੀ ਦਾਤ, ਉਸੇ ਗੁਰੂ ਨੂੰ ਅੱਜ ਸ਼ਸਤਰ ਵਿਖਾ ਰਹੇ ਹੈ। ਕਹਿੰਦੇ ਤੁਹਾਨੂੰ ਅੱਗੇ ਤਾਂ ਜਾਣ ਦਿਆਂਗੇ, ਪਹਿਲਾਂ ਸਾਡੀਆਂ ਤਨਖਾਹਾਂ ਦਿਓ। ਮਹਾਰਾਜ ਕਹਿਣ ਲੱਗੇ, ਬੈਰਾੜ ਸੂਰਮਿਓ, ਤੁਸੀਂ ਸਾਡੀ ਬੜੀ ਸੇਵਾ ਕੀਤੀ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤੁਹਾਡੇ ਵੱਡੇ ਵਡੇਰੇ ਭਾਈ ਰਾਏ ਜੋਧ ਨੇ ਜੋ ਸੇਵਾ ਕੀਤੀ ਸਾਡੇ ਦਾਦਾ ਸਤਿਗੁਰੂ ਦੇ ਨਾਲ, ਉਹ ਕਥਨ ਕਰਕੇ ਨਹੀਂ ਦੱਸੀ ਜਾ ਸਕਦੀ। ਤੁਹਾਡੀ ਬਹੁਤ ਵੱਡੀ ਘਾਲਣਾ। ਪਰ ਅਜੇ ਤੱਕ ਤੁਹਾਨੂੰ ਪਤਾ ਕਿੰਨੀ ਮੁਸੀਬਤ ਦਾ ਸਮਾਂ ਆਪਣੇ ਤੇ ਚੱਲ ਰਿਹਾ। ਸੰਗਤਾਂ ਕਿਸੇ ਪਾਸੋਂ ਆਈਆਂ ਨਹੀਂ, ਧੰਨ ਗੁਰੂ ਕੇ ਖਜ਼ਾਨੇ ਵਿੱਚ ਨਹੀਂ ਆਇਆ। ਔਰ ਅਸੀਂ ਵਾਅਦਾ ਕਰਦੇ ਹਾਂ, ਜਦੋਂ ਵੀ ਧਨ ਆ ਗਿਆ ਤੁਹਾਡੀ 6-6 ਮਹੀਨੇ ਦੀ ਰੁਕੀ ਹੋਈ ਸਾਰੀ ਤਨਖਾਹ ਵਾਪਸ ਕਰਾਂਗੇ।
ਬਰਾੜ ਕਹਿੰਦੇ ਨਹੀਂ, ਹੁਣੇ ਹੀ ਤਨਖਾਹ ਲੈਣੀ ਆ, ਹੁਣੇ ਹੀ ਮਾਇਆ ਆਪਣੀ ਲੈਣੀ ਆ, ਅੱਗੇ ਜਾਣ ਨਹੀਂ ਦੇਣਾ ਤੁਹਾਨੂੰ। ਇੰਨਾ ਹੱਠ ਕੀਤਾ ਸਤਿਗੁਰੂ ਜੀ ਦੇ ਅੱਗੇ। ਕਰਨੀਆਂ ਵਾਲੇ ਮਾਲਕ ਆਪ ਪਰਮੇਸ਼ਰ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਧ ਸੰਗਤ ਜੀ ਧਨਖ ਦੇ ਵਿੱਚ ਤੀਰ ਜੜ ਕੇ ਨਾ ਆਕਾਸ਼ ਵੱਲ ਨੂੰ ਦਿਖਾਇਆ, ਛੱਡਿਆ ਨਹੀਂ, ਦਿਖਾਇਆ ਹੀ ਹੈ। ਬਦਲੀ ਜੀ ਆਈ ਹੈ, ਥੋੜੀ ਜੀ ਵਰਖਾ ਪਈ, ਅਜੇ ਘੋੜੇ ਤੇ ਸਵਾਰ ਹਨ। ਇੰਦਰ ਗੁਰਸਿੱਖ ਦਾ ਰੂਪ ਧਾਰ ਕੇ ਸੋਨੇ ਦੀਆਂ ਮੋਹਰਾਂ ਦੀ ਖੱਚਰ ਲੈ ਕੇ ਸਤਿਗੁਰਾਂ ਵੱਲ ਨੂੰ ਤੁਰਿਆ ਆਉਂਦਾ ਹੈ। ਸਾਰੇ ਦੇਵੀ ਦੇਵਤੇ ਸਤਿਗੁਰੂ ਦੇ ਹੁਕਮ ਵਿੱਚ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ। ਸ਼ੰਕਾਵਾਦੀਆਂ ਨੇ ਸ਼ੰਕਾ ਕਰਨੀ ਹੈ, ਭਾਵਨਾ ਵਾਲਿਆਂ ਨੇ ਸ਼ਰਧਾ ਵਿਸ਼ਵਾਸ ਅਡੋਲ ਭਰੋਸਾ ਰੱਖਣਾ। ਸਾਰੇ ਸਤਿਗੁਰੂ ਦੇ ਹੁਕਮ ਵਿੱਚ ਹੈ। ਸਤਿਗੁਰੂ ਜੀ ਨੂੰ ਆ ਕੇ ਗਰੀਬੜਾ ਜਾਂ ਸਿੱਖ ਬਣ ਕੇ ਲਿਬਾਸ ਸਾਦਾ ਧਾਰਨ ਕੀਤਾ ਹੋਇਆ ਨਮਸਕਾਰ ਕੀਤੀ। ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਇਹ ਥੋੜੀ ਤੁੱਛ ਆਪ ਜੀ ਦਾ ਦਸਵੰਧ, ਆਪ ਜੀ ਦੀ ਮਾਇਆ ਆਪ ਜੀ ਦੇ ਚਰਨਾਂ 'ਚ ਲੈ ਕੇ ਆਇਆ, ਮੇਰੀ ਤੁੱਛ ਸੇਵਾ ਪ੍ਰਵਾਨ ਕਰੋ। ਉੱਥੋਂ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਘੋੜੇ ਤੋਂ ਉਤਰੇ ਤੇ ਆਪਣਾ ਕਮਰ ਕਸੇ ਦਾ ਢਾਲਾ ਅੱਗੇ ਰੱਖ ਕੇ ਢਾਲੇ ਭਰ ਲਏ ਸੋਨੇ ਦੀਆਂ ਮੋਹਰਾਂ ਨਾਲ। ਮਹਾਰਾਜ ਕਹਿੰਦੇ ਬਰਾੜੋ ਆਓ, ਜਿੰਨੀ ਮਾਇਆ ਚਾਹੀਦੀ ਆ ਲਈ ਜਾਓ। ਸਤਿਗੁਰੂ ਜੀ ਕੀ ਪੁੱਛਦੇ ਆ, ਜਦੋਂ ਬਰਾੜ ਅੱਗੇ ਵਾਰੀ ਸਿਰ ਆ ਗਏ ਨਾ, ਲਾਈਨਾਂ ਬੰਨ੍ਹ ਲਈਆਂ, ਤਾਂ ਕਲਗੀਧਰ ਪਾਤਸ਼ਾਹ ਜੀ ਢਾਲਾ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੈ ਤੇ ਹਰ ਬੈਰਾੜ ਸੂਰਮੇ ਨੂੰ ਕਹਿੰਦੇ ਭਾਈ ਪੱਲਾ ਅੱਗੇ ਫੈਲਾ। ਜਦੋਂ ਸੋਨੇ ਦੀ ਮੋਹਰਾਂ ਭਰੀ ਢਾਲ ਅੱਗੇ ਕਰਦੇ ਆ, ਨਾਲ ਸਵਾਲ ਕਰ ਦਿੰਦੇ ਆ, ਸਿੱਖੀ ਚਾਹੀਦੀ ਹੈ ਕਿ ਮਾਇਆ ਚਾਹੀਦੀ ਹੈ? ਇਹ ਮਹਾਰਾਜ ਸਵਾਲ ਕਰਦੇ ਆ, ਸਿੱਖੀ ਚਾਹੀਦੀ ਹੈ ਕਿ ਮੋਹਰਾਂ ਚਾਹੀਦੀਆਂ ਸੋਨੇ ਦੀਆਂ? ਉਹ ਮੱਤ ਤੋਂ ਹੀਣੇ ਮਨ ਬਰਮਾਇਆ ਹੋਇਆ ਸਤਿਗੁਰੂ ਜੀ ਨੇ ਕਹਿੰਦੇ ਨਹੀਂ, ਸਿੱਖੀ ਨਹੀਂ ਚਾਹੀਦੀ, ਮੋਹਰਾਂ ਚਾਹੀਦੀਆਂ। ਮਹਾਰਾਜ ਝੋਲੀਆਂ ਭਰੀ ਜਾਂਦੇ ਆ। ਜਦੋਂ ਸਾਰਿਆਂ ਨੂੰ ਲਗਭਗ ਮਾਇਆ ਦਿੱਤੀ, ਫਿਰ ਉਹਨਾਂ ਨੇ ਇੱਕ ਹੋਰ ਪ੍ਰਪੰਚ ਰਚਿਆ ਮਿਲ ਕੇ। ਕਹਿੰਦੇ ਮਹਾਰਾਜ ਨੂੰ ਆਪਾਂ ਇਹ ਵੀ ਗੱਲ ਕਹੀਏ ਵੀ ਜਦੋਂ ਤੁਹਾਡੇ ਕੋਲੇ ਆਏ ਸੀ ਉਦੋਂ ਪਿੱਛੇ ਨੌਕਰ ਵੀ ਛੱਡ ਕੇ ਆਏ ਸੀ ਘਰਾਂ ਦਾ ਕੰਮਕਾਰ ਕਰਨ ਲਈ, ਉਹਨਾਂ ਦੀ ਵੀ ਤਨਖਾਹ ਦੇਣੀ ਆ, ਉਹ ਵੀ ਦਿਓ। ਮਹਾਰਾਜ ਕਹਿੰਦੇ ਆ ਜਾਓ। ਫਿਰ ਮਹਾਰਾਜ ਕਹਿੰਦੇ ਸਿੱਖੀ ਲੈਣੀ ਹੈ ਕਿ ਮੋਹਰਾਂ? ਕਹਿੰਦੇ ਨਹੀਂ, ਮੋਹਰਾਂ ਹੀ ਚਾਹੀਦੀਆਂ। ਅਖੀਰ ਭਾਈ ਦਾਨ ਸਿੰਘ ਜੀ ਜੋ ਬੈਰਾੜਾਂ ਦੇ 500 ਜਥੇ ਦਾ ਮੁਖੀ ਸੀ, ਉਹ ਅੱਗੇ ਆਇਆ। ਬੜਾ ਸੁੰਦਰ ਡੀਲ ਡੋਲ, ਬੜਾ ਸੁੰਦਰ ਚਿਹਰਾ, ਦਗ ਦਗ ਕਰਦਾ ਲਾਲ ਮਸਤਕ, ਨੂਰਾਨੀ ਮਸਤਕ, ਗੋਡਿਆਂ ਤੱਕ ਬੜਾ ਸੁੰਦਰ ਸਫੇਦ ਰੰਗ ਦਾ ਦਾੜਾ। ਦਰਸ਼ਨ ਕਰਕੇ ਮਨ ਚਿੱਤ ਜਿਹੜਾ ਭਰਦਾ ਨਹੀਂ ਹੈ। ਮੱਥਾ ਟੇਕਿਆ ਸਤਿਗੁਰੂ ਦੇ ਚਰਨਾਂ 'ਚ। ਮਹਾਰਾਜ ਕਹਿੰਦੇ ਦਾਨ ਸਿੰਘਾ, ਦਾਨਿਆ, ਨਾਮ ਅੰਮ੍ਰਿਤ ਛਕਾ ਕੇ ਦਾਨੇ ਤੋਂ ਦਾਨ ਸਿੰਘ ਰੱਖਿਆ ਸੀ ਸਤਿਗੁਰੂ ਨੇ। ਮਹਾਰਾਜ ਕਹਿੰਦੇ ਦਾਨ ਸਿੰਘਾ, ਮਾਇਆ ਚਾਹੀਦੀ ਹੈ ਕਿ ਸਿੱਖੀ? ਕਹਿੰਦਾ ਮਹਾਰਾਜ ਮਾਇਆ ਨਹੀਂ ਚਾਹੀਦੀ, ਮੋਹਰਾਂ ਨਹੀਂ ਚਾਹੀਦੀਆਂ, ਸਿੱਖੀ ਚਾਹੀਦੀ ਹੈ। ਤੁਹਾਡੇ ਦਰਸ਼ਨ ਕਰਕੇ, ਤੁਹਾਡੀ ਸੰਗਤ ਕਰਕੇ ਇੰਨਾ ਕੁ ਤਾਂ ਮੈਨੂੰ ਤੁਸੀਂ ਗਿਆਨ ਬਖਸ਼ਿਆ ਕਿ ਮਾਇਆ ਤਾਂ ਤੁਹਾਡੇ ਚਰਨਾਂ ਦੀ ਦਾਸੀ ਹੈ। ਜਿਹੜਾ ਸਿੱਖ ਤੁਹਾਡੀ ਸਿੱਖੀ ਕਮਾਉਂਦਾ ਉਹਦੇ ਘਰ ਵਿੱਚ ਕੋਈ ਕਮੀ ਨਹੀਂ ਰਹਿੰਦੀ, ਘਾਟ ਨਹੀਂ ਰਹਿੰਦੀ। ਇਸ ਕਰਕੇ ਸੱਚੇ ਪਾਤਸ਼ਾਹ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮਹਾਰਾਜ ਮਾਇਆ ਨਹੀਂ ਚਾਹੀਦੀ, ਮੋਹਰਾਂ ਨਹੀਂ ਚਾਹੀਦੀਆਂ, ਸਿੱਖੀ ਬਖਸ਼ ਦਿਓ। ਮਹਾਰਾਜ ਕਹਿੰਦੇ ਵੇਖ ਲੈ, ਇਕੱਲਾ ਹੀ ਰਹਿ ਗਿਆ, ਸਾਰਾ ਭਾਈਚਾਰਾ ਇੱਕ ਪਾਸੇ ਹੈ। ਭਾਈਚਾਰੇ ਨੂੰ ਨਹੀਂ ਛੱਡੀਦਾ, ਸਾਰੇ ਤੇਰੇ ਖਿਲਾਫ। ਮਾਲਵੇ ਦੇਸ਼ ਵਿੱਚ ਬਗਾਵਤ ਹੋ ਜਾਏਗੀ, ਜਿਹੜਾ ਚੌਧਰੀ ਪੁਣਾ ਉਹ ਵੀ ਖੁੱਸ ਜਾਏਗਾ। ਆਪਣੇ ਭਰਾਵਾਂ ਨਾਲ ਰਲ ਜਾ, ਮਾਇਆ ਲੈ ਲੈ, ਇਹ ਮੋਹਰਾਂ ਲੈ ਲੈ। ਕਹਿੰਦਾ ਨਾ ਮਹਾਰਾਜ, ਮੋਹਰਾਂ ਨਹੀਂ ਲੈਣੀਆਂ, ਸਿੱਖੀ ਦੀ ਦਾਤ ਮੇਰੀ ਝੋਲੀ ਵਿੱਚ ਪਾ ਦਿਓ। ਤੀਜੀ ਵਾਰੀ ਕਿਹਾ ਸਤਿਗੁਰੂ ਜੀ ਨੇ, ਜਦੋਂ ਤੀਸਰੀ ਵਾਰੀ ਬਚਨ ਕੀਤਾ, ਫਿਰ ਗਲ ਵਿੱਚ ਪੱਲਾ ਪਾ ਕੇ ਚਰਨਾਂ ਵਿੱਚ ਮੱਥਾ ਟੇਕ ਕੇ ਵੈਰਾਗ ਕਰਨ ਲੱਗ ਗਿਆ।
महाराज मैनू क्यों भरमाउंदे हो, ये मनमुख भरम गए, पर मैं तो तुहाडा निमाणा सिख हाँ, मैनू किरपा करके मेरी झोली विच सिक्खी दी दात पाओ। महाराज जी ने गलवकड़ी विच लै लिया। कहन लगे भाई महा सिंह ने माझे दी रखी सी, तू अज मालवे दी रख लई। ऐसा कौतुक रचिया सी। सो महाराज ने बचन ताई कहे, हमें कौम बैराड़ अस्त, मेरी कौम मेरा कबीला बैराड़ हन। इन्ना मान सत्कार दिता। उस बैराड़ कुल विच महापुरखों का जन्म होया। 2 जून 1947 नूं अज दे दिन धन सो वंश, ओ वंश ओ खानदान जिहड़ा गुरु की किरपा नाल वरोस आया। बैराड़ा का बहुत वड्डा कबीला। पिछों साध संगत जी बीकानेर तो परे उन्हां इलाकिਆਂ ਦੇ ਵਿੱਚੋਂ चलते चलते इस इलाके विच आए सन। ये जिन्नियां नाभा रियासतां, पटियाला रियासतां, ये सारियां बैराड़ां दियां ते सिद्धूआं दियां सन। बड़ा राज भाग महाराज ने इन्हां नूं बख्शिश कीता होया सी। इस करके भाई दान सिंह दी वरोसाई होई पीढ़ी विच धन सो वंश, ओ वंश ओ खानदान धन है। धन सो पिता, ओ पिता भी धनता दे जोग है। ओ माता, ओ भी धनता दे जोग है, जिन्हां दे घर विच रब दे प्यारे जन सेवकां ने जन्म लिया। अज दे दिन रोडे नगर विच जिथे सतगुरु महाराज जी की किरपा, उन्हां दी बख्शिश, उन्हां दी रहमत नाल अज जथेबंदी वालों उन्हां दा जन्म स्थान गुरुद्वारा संत खालसा बना के स्थापित कर दिता गया। वो छोटे जे घर दे विच अज दे दिन साध संगत जी, पूजनीक पिता बाबा जोगिंदर सिंह जी, पूजनीक माता निहाल कौर जी दे घर विच महापुरखों का जन्म होया। एक बड़ी सोहनी तस्वीर है और सादगी दा सिरा है। सिरा रब दे प्यारे सादगी दा मुजस्मा हुंदे है। अपनी माँ दे कोले महापुरुख खलोते होए है, तुसी भी दर्शन कीते होने। किन्नी सादगी दे नाल ओ माता दा जीवन गुजरिया, माता निहाल कौर जी दा, सबर सुकर दे विच। और महापुरखों दे मोढे ते माता ने हथ रखिया ते महापुरख नीवा सीस करके माता दे चरनां विच खलोते। इन्ना सत्कार मां दा कीता उन्होंने। वो तस्वीर दे दर्शन करके मन दे विच एक अगम्मी लहर पैदा हो जाती है कि धन वो माता सी और धन वो महापुरख। माता दी भी पता नहीं किन्ने क जन्मां दी कमाई होएगी, जिस दे मोढे ते जिहदी गोद विच एडा वड्डा महापुरख खेडिया अपनी जिंदगी विच। और माता दा भी बड़ा वड्डा जीवन सी। साध संगत जी, माता निहाल कौर जी आपां दा 36 माला 38 माला फेर के थक जाने हैं। मूल मंत्र दियां पक्कियां 101 माला रोज़ माता मूल मंत्र दियां फेरदी सी, रोजाना दियां। भाव 10,000 मूल मंत्र का जाप रोजाना का सी माता का। और मैं भी जिन्हां ने दर्शन किए आ, सारी जिंदगी माता के हथ विचों कदे माला छुट्टी नहीं देखी। 5 ककारें की रहत विच प्रपक्क धारनी और कैसा गुरसिੱਖੀ वाला जीवन। अमृत वेले उठ के इशनान करना और मूल मंत्र वाहिगुरू मंत्र का जाप, होर बहुता नितनेम नहीं उन्होंने करना आउंदा सी। मूल मंत्र वाहिगुरू मंत्र का जाप। और जदों प्रशादा तैयार करना, मर्यादा नाल तैयार करना, मूल मंत्र का जाप करदिआं प्रशादा तैयार करके सब तो पहला 5 प्रशादे थाली विच रख के, जे घर विच दाल सब्जी आ, अत दर्जे की गरीबी सी महापुरखों के घर विच। साध संगत जी, मान लो सारे संसार की गरीबी ने संत बाबा जरनैल सिंह जी के घर विच डेरा ही लाया होया सी। ऐसी हालत सी घर दी। संत बाबा करतार सिंह जी खालसा जी के समय का बचन है। महापुरखों कोले 2 बैल सन, 2 मझां सन दुध देण वालियां, 2-4 होर पशु सन।
ਹੱਥੀਂ ਖੇਤੀ ਕਰਦੇ, ਨਾਲ ਨਾਲ ਜਪਜੀ ਸਾਹਿਬ ਦੇ ਪਾਠ ਕਰਦੇ 101 ਰੋਜ਼ਾਨਾ। ਅਚਾਨਕ ਘਰ ਦੇ ਵਿੱਚ ਮਹਾਂਪੁਰਖਾਂ ਨੇ ਵਿਸ਼ੇਸ਼ ਸਵਾ ਮਹੀਨੇ ਦਾ ਜਾਪ ਰੱਖਿਆ ਹੋਇਆ ਸੀ ਔਰ 20-20 ਘੰਟੇ ਲਗਾਤਾਰ ਰੋਜ਼ਾਨਾ ਮੂਲ ਮੰਤਰ ਦਾ ਜਾਪ ਕਰਦੇ ਸਨ। ਵਾਹਿਗੁਰੂ ਦੀ ਖੇਡ ਵਰਤੀ, ਦੋਨੇ ਬਲਦ ਇੱਕੋ ਦਿਨ ਮਰ ਗਏ, ਦੋਵੇਂ ਪਸ਼ੂ ਦੁੱਧ ਦੇਣ ਵਾਲਿਆਂ ਦੀ ਮੌਤ ਹੋ ਗਈ। ਜਿਹੜੇ ਪਸ਼ੂ ਬਚ ਗਏ ਉਹਨਾਂ ਨੂੰ ਬਿਮਾਰੀ ਐਸੀ ਪੈ ਗਈ ਮਾਨੋ ਕਰਾਂਗੀ ਬਣ ਗਏ, ਉਹ ਸਾਰਾ ਚਮੜਾ ਸੁੱਕ ਗਿਆ ਉਹਨਾਂ ਦਾ। ਔਰ ਸਾਧ ਸੰਗਤ ਜੀ, ਜਦੋਂ ਕਿਤੇ ਮਹਾਂਪੁਰਖ ਰਾਤ ਨੂੰ ਬਰਾਜੇ ਹੋਣੇ, ਲਹੂ ਦੇ ਛਿੱਟਿਆਂ ਨਾਲ ਸਾਰੀ ਚਾਦਰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੇਖਣਾ ਭਰੀ ਹੋਣੀ, ਪਸ਼ੂਆਂ ਦੀਆਂ ਖੁਰਲੀਆਂ ਦੇ ਉੱਤੇ ਲਹੂ ਦੇ ਛਿੱਟੇ। ਬੜਾ ਕਸ਼ਟ ਆਇਆ, ਬਹੁਤ ਜ਼ਿਆਦਾ ਕਸ਼ਟ ਆਇਆ। ਅਚਾਨਕ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨਗਰ ਵਿੱਚ ਗਏ। ਬਾਹਰ ਮਹਾਂਪੁਰਖਾਂ ਦਾ ਘਰ ਹੈ, ਬਾਅਦ ਵਿੱਚ ਫਿਰ ਆਪਣੀ ਜ਼ਮੀਨ ਵਿੱਚ ਮਹਾਂਪੁਰਖਾਂ ਦੇ ਪਿਤਾ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਨੇ ਸਾਰੇ ਪਰਿਵਾਰ ਦੀ ਰਿਹਾਇਸ਼ ਬਣਾ ਲਈ ਸੀ। ਪਿੰਡੋਂ ਉੱਠ ਕੇ ਕੋਠਾ ਗੁਰੂਪੁਰਾ ਬਸਤੀ ਹੈ, ਉਸ ਨਗਰ ਦਾ ਨਾਮ ਰੋਡਿਆਂ ਦਾ ਹਿੱਸਾ ਹੈ। ਉੱਥੇ ਗਏ, ਕਿਸੇ ਘਰ 'ਚ ਨਹੀਂ ਗਏ, ਦੂਜੇ ਭਰਾਵਾਂ ਦੇ ਸਿੱਧਾ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਘਰ ਵਿੱਚ ਗਏ ਤੇ ਪਸ਼ੂਆਂ ਵਾਲੇ ਘਰ ਦੇ ਵਿੱਚ ਚਲੇ ਗਏ, ਜਿੱਥੇ ਪਸ਼ੂ ਗੋਡੇ ਗੋਡੇ ਗੋਹਾ ਕੂੜਾ ਖਿਲ ਰਿਹਾ। ਇੱਕ ਪਾਸੇ ਦੀ ਪ੍ਰਵੇਸ਼ ਹੋਏ, ਦੂਜੇ ਪਾਸੇ ਦੀ ਜਦੋਂ ਬਾਹਰ ਨਿਕਲੇ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਹੱਥ ਜੁੜੇ ਹੋਏ ਆ, ਸੀਸ ਝੁਕਾਇਆ ਹੋਇਆ, ਮੋਢੇ ਤੇ ਹੱਥ ਰੱਖ ਕੇ ਮੁਸਕਰਾ ਕੇ ਕਹਿੰਦੇ, ਜਰਨੈਲ ਸਿੰਘਾ, ਡਾਢੀ ਕਮਾਈ ਤੇਰੇ ਤੋਂ ਗੁਰੂ ਸਾਹਿਬ ਨੇ ਕਰਵਾਈ ਹੈ, ਤੂੰ ਪਰਖ ਦੇ ਵਿੱਚ ਪੂਰਾ ਉਤਰ ਗਿਆ ਅੱਜ, ਔਰ ਪੂਰੀ ਕਿਰਪਾ ਤੇਰੇ ਤੇ ਮਹਾਰਾਜ ਦੀ ਹੋ ਗਈ। ਇੰਨੇ ਪ੍ਰਸੰਨ ਹੋਏ ਮਹਾਂਪੁਰਖ। ਗੁਰਬਾਣੀ ਦਾ ਫਰਮਾਨ ਹੈ, ਕਸ ਕਸਵੱਟੀ ਲਾਈ ਹੈ ਪਰਖੇ ਹਿਤ ਚਿਤ ਲਾਈ। ਆ ਜਿਹੜੇ ਸੰਪਟ ਪਾਠਾਂ ਦਾ, ਸਹਿਜ ਸੰਪਟ ਪਾਠਾਂ ਦਾ, ਅਖੰਡ ਸੰਪਟ ਪਾਠਾਂ ਦਾ, ਸਪਤਾਹ ਪਾਠਾਂ ਦਾ ਖੰਡਨ ਕਰਦੇ ਆ ਮਨਮੁਖ ਲੋਕ, ਮਹਾਂਪੁਰਖਾਂ ਨੇ ਉਸੇ ਸਮੇਂ 2 ਸਿੰਘ ਬੁਲਾਏ। ਕਹਿੰਦੇ, ਭਾਈ ਜਰਨੈਲ ਸਿੰਘ ਦੇ ਘਰ ਦੀ ਸਫਾਈ ਕਰੋ, ਕੁਝ ਸਿੰਘ ਦੇਗ ਤਿਆਰ ਕਰੋ ਤੇ ਕੁਝ ਸਿੰਘ ਮਹਾਰਾਜ ਦਾ ਸਰੂਪ ਹੁਣੇ ਲੈ ਕੇ ਆਓ। ਸਾਰੀ ਸਫਾਈ ਕਰਕੇ ਚੰਦੋਆ ਲਾਇਆ, ਵਿਛਾਈ ਕੀਤੀ, ਮਹਾਰਾਜ ਦਾ ਪ੍ਰਕਾਸ਼ ਹੋ ਗਿਆ। ਮਹਾਂਪੁਰਖਾਂ ਨੇ 2 ਸਿੰਘਾਂ ਦੀ ਡਿਊਟੀ ਲਾਈ ਕਿ ਸੰਪਟ ਸਹਿਜ ਪਾਠ ਆਰੰਭ ਹੁਣੇ ਹੀ ਕਰਨਾ, ਔਰ ਮੈਂ ਆਰੰਭ ਕਰਾ ਕੇ ਜਾਣਾ। ਸੰਪਟ ਸਹਿਜ ਪਾਠ ਮਹਾਂਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 2 ਸਿੰਘਾਂ ਤੋਂ, ਇੱਕ ਭਾਈ ਸੰਤ ਸਿੰਘ ਜੀ ਸਨ, ਇੱਕ ਭਾਈ ਦਰਵੇਸ਼ ਜੀ ਜਥੇ ਵਿੱਚ ਪੁਰਾਣੇ ਸਿੰਘ ਜਾਣਦੇ, ਸੰਤ ਬਾਬਾ ਕਰਤਾਰ ਸਿੰਘ ਜੀ ਦੇ ਨਾਲ। ਦਰਵੇਸ਼ ਜੀ ਨੂੰ ਮਹਾਂਪੁਰਖ ਬਹੁਤ ਖੁੱਲ੍ਹੀ ਮਠਿਆਈ ਕਈ ਵਾਰੀ ਥਾਲ ਉੱਤੋਂ ਤੱਕ ਭਰ ਦਿਆ ਕਰਦੇ ਸਨ, ਬੜਾ ਸਾਧੂ ਸੁਭਾਅ ਸੀ ਉਹਨਾਂ ਦਾ। ਸੋ ਦਰਵੇਸ਼ ਜੀ ਨੂੰ ਦੋਨਾਂ ਦੀ ਡਿਊਟੀ ਲਾਈ ਵੀ ਤੁਸੀਂ ਸੰਪਟ ਸਹਿਜ ਪਾਠ ਕਰਨਾ, ਔਰ ਸੰਪਟ ਸਹਿਜ ਪਾਠ ਕੀਤਾ। ਮਹਾਂਪੁਰਖ ਕਹਿੰਦੇ, ਭੋਗ ਤੇ ਵੀ ਮੈਂ ਆਪ ਆਵਾਂਗਾ। 21ਵੇਂ ਦਿਨ ਆਪ ਭੋਗ ਤੇ ਆਏ, ਸਹਿਜ ਸੰਪਟ ਪਾਠ ਦਾ ਭੋਗ ਪਿਆ। ਅਰਦਾਸ ਮਹਾਂਪੁਰਖਾਂ ਨੇ ਕੀਤੀ, ਹੁਕਮਨਾਮਾ ਆਪ ਲੈ ਕੇ ਕਥਾ ਕੀਤੀ, ਦੇਗ ਵਰਤਾਈ। ਕਹਿਣ ਲੱਗੇ, ਭਾਈ ਜਰਨੈਲ ਸਿੰਘ, ਹੁਣ ਤੇਰੇ ਤੇ ਮਹਾਰਾਜ ਇਹੋ ਜਿਹੀ ਮੁਸੀਬਤ ਨਹੀਂ ਆਉਣ ਦੇਣਗੇ। ਕਸ ਕਸਵੱਟੀ ਲਾਈ ਹੈ ਪਰਖੇ ਹਿਤ ਚਿਤ ਲਾਏ। ਜਿਨ੍ਹਾਂ ਨਾਲ ਮੇਰੇ ਸਤਿਗੁਰੂ ਦਾ ਬਹੁਤਾ ਹਿੱਤ ਪਿਆਰ ਹੁੰਦਾ, ਉਹਨਾਂ ਨੂੰ ਇਹੋ ਜਿਹੀਆਂ ਕਸਵੱਟੀਆਂ ਲੱਗਦੀਆਂ। ਸਾਧ ਸੰਗਤ ਜੀ, ਸੁਨਿਆਰਾ ਸੋਨੇ ਨੂੰ ਕਸਵੱਟੀ ਲਾ ਲਾ ਕੇ ਦੇਖੀ ਜਾਂਦਾ ਵੀ ਇਹਦੇ ਵਿੱਚ ਖੋਟ ਤਾਂ ਨਹੀਂ ਰਹਿ ਗਈ। ਜਦੋਂ ਸਾਰੀ ਖੋਟ ਐਨ ਨਿਕਲ ਜਾਵੇ ਫੇਰ ਕਸਵੱਟੀ ਲਾਉਣੋਂ ਹਟਦਾ, ਨਹੀਂ ਤਾਂ ਉਹਨਾਂ 'ਚ ਰੱਗ ਤੇ ਚਾੜ ਚਾੜ ਕੇ ਉਹਦੇ ਵਿੱਚੋਂ ਖੋਟ ਕੱਢੀ ਜਾਂਦਾ। ਤਾ ਦੇ ਦੇ ਕੇ ਜਿਉਂ ਕਨਕੋ ਕੋਠਾਰੀ ਚੜਿਓ, ਕਬਰੋ ਹੋਤ ਫਿਰੋ, ਜਬ ਤੇ ਸੁਧ ਭਏ ਹੈ ਬਾਰ ਹੈ, ਤਬ ਤੇ ਥਾਨ ਥਿਰੋ। ਜਦੋਂ ਐਨ ਸ਼ੁੱਧ ਹੋ ਜਾਂਦਾ ਨਾ, ਉਹ ਕਹਿਣ ਦੀ ਥਾਲੀ ਦੇ ਵਿੱਚ ਫਿਰ ਸੋਨਾ ਆਲੇ ਦੁਆਲੇ ਦੌੜ ਨੂੰ ਹਟ ਜਾਂਦਾ, ਇੱਕ ਥਾਂ ਤੇ ਰੁਕ ਜਾਂਦਾ। ਫਿਰ ਉਹਦਾ ਸੋਨੇ ਦਾ ਪਾਣੀ ਜਿਹੜਾ ਬਣਿਆ ਹੁੰਦਾ, ਬਾਅਦ ਦੇ ਵਿੱਚ ਉਹ ਡਲੀਆਂ ਬਣ ਜਾਂਦੀਆਂ। ਸਤਿਗੁਰੂ ਜੀ ਨੇ ਪ੍ਰਮਾਣ ਦਿੱਤਾ ਵੀ 12 ਬੰਨੀ ਦਾ ਜਦੋਂ ਸੁੱਧ ਹੋ ਜਾਂਦਾ ਫਿਰ ਆਪਣੇ ਥਾਂ ਤੇ ਆ ਕੇ ਟਿਕ ਜਾਂਦਾ। ਇਸੇ ਤਰ੍ਹਾਂ
ਗੁਰਸਿੱਖ ਦਾ ਹਿਰਦਾ ਜਦੋਂ ਐਨ ਸ਼ੁੱਧ ਹੋ ਜਾਂਦਾ, ਫਿਰ ਗੁਰ ਸ਼ਬਦ ਵਿੱਚ ਐਨ ਟਿਕ ਕੇ ਨਿਰਮਲ ਰੂਪ ਦੇ ਵਿੱਚ ਇਕਾਗਰ ਹੋ ਜਾਂਦਾ ਹੈ, ਫਿਰ ਮਨ ਭਟਕਦਾ ਨਹੀਂ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਦਿਨਾਂ ਵਿੱਚ ਹੀ ਜਿਹੜੇ ਪਸ਼ੂ ਬਿਮਾਰ ਸਨ ਤੰਦਰੁਸਤ ਹੋ ਗਏ, ਐਨ ਚੜ੍ਹਦੀਆਂ ਕਲਾ ਹੋ ਗਈਆਂ, ਬਖਸ਼ਿਸ਼ਾਂ ਹੋ ਗਈਆਂ। ਫਿਰ ਦੁੱਧ ਦਾ ਘਰ ਦੇ ਵਿੱਚ ਉਵੇਂ ਪਹਿਰਾ ਚੱਲ ਪਿਆ। ਸੋ ਸਾਧ ਸੰਗਤ ਜੀ, ਉਹਨਾਂ ਸਤਿਪੁਰਸ਼ਾਂ ਨੇ ਬੜੀ ਘਾਲਣਾ ਘਾਲੀ। ਉਹਨਾਂ ਦੀ ਮਾਤਾ ਨੇ 5 ਪ੍ਰਸ਼ਾਦੇ ਬਣਾਉਣੇ। ਮੈਂ ਬਚਨ ਕਰ ਰਿਹਾ ਸੀ, ਦਾਲ ਸਬਜ਼ੀ ਹੋਣੀ ਤਾਂ ਵੀ ਨਹੀਂ ਤਾਂ ਗੁੜ ਰੱਖ ਕੇ ਸ਼ੱਕਰ ਘਿਓ ਰਲਾ ਕੇ ਗੁਰੂ ਸਾਹਿਬ ਨੂੰ ਪਹਿਲਾਂ ਭੋਗ ਲਵਾਉਣਾ ਮਾਤਾ ਨੇ, ਫਿਰ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਪ੍ਰਸ਼ਾਦਾ ਵਰਤਾਉਣਾ ਨਹੀਂ। ਉਨਾ ਚਿਰ ਪ੍ਰਸ਼ਾਦਾ ਨਹੀਂ ਛਕਣ ਨੂੰ ਦਿਆ ਕਰਦੇ ਜਿੰਨਾ ਚਿਰ ਗੁਰੂ ਸਾਹਿਬ ਨੂੰ ਭੋਗ ਨਹੀਂ ਲੱਗ ਜਾਂਦਾ ਸੀ। ਮਾਤਾ ਜੀ ਇੰਨੀ ਮਰਜ਼ਾਦਾ ਆਪਣੇ ਜੀਵਨ ਕਾਲ ਵਿੱਚ ਨਿਭਾਉਂਦੇ ਰਹੇ। ਔਰ ਮਹਾਂਪੁਰਖਾਂ ਦੇ ਪਿਤਾ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਦਾ ਵੀ ਬਹੁਤ ਉੱਚਾ ਸੁੱਚਾ ਜੀਵਨ ਸੀ। 5 ਬਾਣੀਆਂ, 5 ਗ੍ਰੰਥੀ ਦੇ ਨਿਤਨੇਮੀ, ਔਰ ਰੋਜ਼ਾਨਾ ਹੀ ਰੋਡੇ ਨਗਰ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰੂ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ। ਸ਼ਾਮ ਨੂੰ ਆਪਣੇ ਨਗਰ ਤੋਂ ਜਾ ਕੇ ਗੁਰਦੁਆਰਾ ਸਾਹਿਬ ਰੋਡੇ ਵਿੱਚ ਸੰਤ ਕਿਰਪਾਲ ਸਿੰਘ ਜੀ ਵਾਲੇ ਸਥਾਨ 'ਤੇ ਸੰਗਤਾਂ ਨੂੰ ਰੋਜ਼ਾਨਾ ਸੁਣਾਇਆ ਕਰਦੇ, ਔਰ 5 ਪਿਆਰਿਆਂ ਦੀ ਸੇਵਾ ਵਿੱਚ ਲੱਗ ਕੇ ਸੇਵਾ ਨਿਭਾਉਂਦੇ। ਇਸ ਕਰਕੇ ਪੰਡਿਤ ਗੁਲਾਬ ਸਿੰਘ ਜੀ ਨੇ ਲਿਖਿਆ, ਧੰਨ ਭਾਈ ਤਿਨ ਕੀ ਜਨਨੀ ਕਰਤਾਰਥਤਾ ਜਗ ਬੇਦਨ ਗਾਈ। ਇੰਨੀ ਸਫਲੀ ਹੋ ਗਈ ਉਹ ਮਾਤਾ, ਕਹਿੰਦੇ ਵੇਦਾਂ ਨੇ ਵੀ ਉਹਦੀ ਮਹਿਮਾ ਗਾਇਨ ਕੀਤੀ ਹੈ, ਜਿਹੜੀ ਸੰਤਾਂ ਭਗਤਾਂ ਨੂੰ, ਸ਼ਹੀਦਾਂ ਸੂਰਮਿਆਂ ਯੋਧਿਆਂ ਨੂੰ ਜਨਮ ਦਿੰਦੀ ਹੈ। ਕਬੀਰ ਸਾਹਿਬ ਕਹਿੰਦੇ ਹੈ, ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਨਾ ਭਈ ਮਹਤਾਰੀ, ਜੇ ਨਾ ਰਾਮ ਭਗਤ ਨਹੀਂ ਸਾਧੀ, ਜਨਮਤ ਕਸਨਾ ਮੂਓ ਅਪਰਾਧੀ। ਅਪਰਾਧੀਆਂ ਦੇ ਕੁੱਲ ਕਿਉਂ ਨਾ ਖਤਮ ਹੋ ਗਈ, ਜਿਨ੍ਹਾਂ ਦੀ ਕੁੱਲ ਵਿੱਚ ਗਿਆਨਵਾਨ ਪੁੱਤਰ ਪ੍ਰਭੂ ਦੇ ਪਿਆਰੇ ਨਹੀਂ ਪੈਦਾ ਹੋਏ। ਤੁਲਸੀ ਜੀ ਨੇ ਤਾਂ ਬੜਾ ਸੁੰਦਰ ਲਿਖਿਆ, ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਮਾਂ ਪੁੱਤਰੀ ਕਹਿੰਦੇ 3 ਕਿਸਮ ਦੇ ਬੱਚਿਆਂ ਨੂੰ ਦਵੇ, 3 ਦਰਜੇ ਦੇ ਬੱਚੇ ਹੋਣ ਜੇ ਹੋਣ ਘਰ ਦੇ ਵਿੱਚ, ਜਾਂ ਸੂਰਮਾ ਜਾਂ ਭਗਤ ਜਾਂ ਦਾਨੀ, ਤਿੰਨਾਂ ਚੋਂ ਇੱਕ ਨੂੰ ਜਨਮ ਦਿੰਦੀ ਹੈ ਤਾਂ ਉਹ ਮਾਂ ਧਨਤਾ ਦੇ ਯੋਗ ਬਣ ਜਾਂਦੀ ਹੈ, ਉਹ ਮਾਂ ਸਫਲੀ ਹੈ। ਇਸ ਕਰਕੇ ਐਸੀ ਮਾਂ ਦੀ ਮਹਿਮਾ ਵੇਦਾਂ ਨੇ ਵੀ ਗਾਈ ਹੈ ਵੀ ਉਹ ਮਾਂ ਧਨਤਾ ਦੇ ਯੋਗ ਹੈ। ਸੰਨਿਆਸੀ ਸੰਤਾਂ ਦੇ ਅੰਦਰ ਦੰਡੀ ਨਾਮ ਦੀ ਇੱਕ ਸੰਪਰਦਾਇ ਹੈ, ਬਹੁਤ ਉੱਚੇ ਉਹਨਾਂ ਨੂੰ ਮੰਨਿਆ ਜਾਂਦਾ। ਉਹ ਸਾਧ ਸੰਗਤ ਜੀ ਆਪਣੇ ਇਸ਼ਟ ਦੇਵ ਭਗਵਾਨ ਸ਼ੰਕਰ ਦੇ ਚਿੰਨ੍ਹ ਅੱਗੇ ਜਾ ਕੇ ਸਿਰ ਲਾ ਕੇ ਮੱਥਾ ਨਹੀਂ ਟੇਕ ਸਕਦੇ। ਉਹਨਾਂ ਦੇ ਹੱਥ ਵਿੱਚ ਡੰਡ ਹੁੰਦਾ, ਜੇ ਮੰਦਰ 'ਚ ਵੀ ਜਾਣਗੇ ਨਾ ਤਾਂ ਉਹ ਡੰਡ ਨਾਲ ਹੀ ਮੱਥਾ ਟੇਕਣਗੇ, ਸਿਰ ਨਾਲ ਮੱਥਾ ਨਹੀਂ ਟੇਕਦੇ। ਉਹਨਾਂ ਦੀ ਪਰੰਪਰਾ, ਉਹਨਾਂ ਨੂੰ ਸਭ ਤੋਂ ਅੱਵਲ ਦਰਜੇ ਦੇ ਮਹਾਤਮਾ ਮੰਨਿਆ ਜਾਂਦਾ। ਪਰ ਉਹਨਾਂ ਲਈ ਇੱਕ ਵਿਧਾਨ ਲਿਖਿਆ ਹੋਇਆ, ਕਹਿੰਦੇ ਜੇ ਅਗਰ ਤੁਹਾਡੀ ਮਾਂ ਕਿਤੇ ਸਾਹਮਣੇ ਆ ਜਾਏ ਤਾਂ ਮਾਂ ਨੂੰ ਦੰਡਵਤ ਭਾਵ ਲੰਮੇ ਪੈ ਕੇ ਡੰਡੌਤ ਕਰਨੀ ਹੈ। ਆਪਣੇ ਇਸ਼ਟ ਦੇਵ ਨੂੰ ਕਰੋ ਨਾ ਕਰੋ, ਪਰ ਮਾਂ ਨੂੰ ਜ਼ਰੂਰ ਨਮਸਕਾਰ ਕਰਨੀ ਹੈ। ਇੰਨਾ ਸਨਮਾਨ ਮਾਂ ਨੂੰ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਪੜ੍ਹੀਏ ਨਾ ਤਾਂ ਸਾਧ ਸੰਗਤ ਜੀ, ਜਦੋਂ ਮਹਾਰਾਜ ਪਟਨਾ ਸਾਹਿਬ ਤੋਂ ਆਏ, ਸ੍ਰੀ ਅਨੰਦਪੁਰ ਸਾਹਿਬ ਅੰਮ੍ਰਿਤ ਵੇਲੇ ਉੱਠ ਕੇ 9 ਸਾਲ ਦੀ ਅਵਸਥਾ ਹੈ, ਇਸ਼ਨਾਨ ਕਰਕੇ ਨਿਤਨੇਮ ਕਰਦੇ। ਵੱਡੀ ਮਾਤਾ ਮਾਤਾ ਨਾਨਕੀ ਜੀ ਜੋ ਬਾਬਾ ਬਕਾਲਾ ਸਾਹਿਬ ਤੋਂ ਸਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਾਦੀ ਮਾਤਾ ਜੀ, ਮਾਤਾ ਨਾਨਕੀ ਜੀ ਨੂੰ ਔਰ ਆਪਣੇ ਮਾਤਾ ਗੁਜਰ ਕੌਰ ਜੀ ਨੂੰ ਸਤਿਗੁਰੂ ਜੀ ਪਹਿਲਾਂ ਜਾ ਕੇ ਮੱਥਾ ਟੇਕਦੇ, ਫਿਰ ਜਲ ਪਾਣੀ ਛਕਦੇ ਸਨ। ਇੰਨਾ ਮਾਤਾਵਾਂ ਦਾ ਸਤਿਕਾਰ ਕਰਦੇ ਸੀ। ਸੋ ਇਸ ਕਰਕੇ ਮਹਾਰਾਜ ਨੇ ਕਿਹਾ ਹੈ, ਭਗਤਾਂ ਨੇ, ਪ੍ਰਭੂ ਦੇ ਪਿਆਰਿਆਂ ਨੇ ਵੀ, ਵੇਦਾਂ ਨੇ ਵੀ ਉਹਨਾਂ ਨੂੰ ਧਨਤਾ ਦੇ ਯੋਗ ਕਿਹਾ। ਉਹਨਾਂ ਦੀ ਕੀਰਤੀ ਗਾਈ ਹੈ ਜਿਨ੍ਹਾਂ ਨੇ ਆਪਣਾ ਜੀਵਨ, ਆਪਣੀ ਕੁੱਖ ਸਫਲੀ ਕਰ ਲਈ। ਕੁਲ ਪਾਵਨ ਜਾਹੇ ਕਰੀ ਸਗਰੀ, ਕੁਲ ਵੀ ਉਹ ਸਾਰੀ ਪਵਿੱਤਰ ਹੋ ਗਈ ਜਿਹਦੇ ਵਿੱਚ ਸੰਤਾਂ ਭਗਤਾਂ ਸ਼ਹੀਦਾਂ ਸੂਰਮਿਆਂ ਦੇ ਜਨਮ, ਦਾਨੀਆਂ ਦੇ ਜਨਮ ਹੁੰਦੇ ਹੈ।
ਜਗ ਧਨ ਪਏ ਜਿਹ ਮੀਤ ਸਿਖਾਈ। ਜਿਹੜੇ ਉਹਨਾਂ ਦੇ ਮਿੱਤਰ ਸਨ, ਨਾਲ ਸੇਵਾ ਕਰਨ ਵਾਲੇ, ਨਾਲ ਰਹਿਣ ਵਾਲੇ, ਉਹ ਵੀ ਸੰਸਾਰ ਦੇ ਵਿੱਚ ਧਨਤਾ ਦੇ ਯੋਗ ਬਣ ਗਏ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਰਨਲ ਸੁਬੇਗ ਸਿੰਘ ਜੀ, ਭਾਈ ਦਲਵੀਰ ਸਿੰਘ ਜੀ, ਜਥੇਦਾਰ ਭਾਈ ਰਾਮ ਸਿੰਘ ਜੀ ਸੁਲਤਾਨਪੁਰੀ, ਗੜਬਈ ਭਾਈ ਗੁਰਮੁਖ ਸਿੰਘ ਜੀ, ਸਾਰੇ ਸਿੰਘਾਂ ਨੇ ਇੰਨਾ ਪਿਆਰ ਸਨੇਹ ਨਿਭਾਇਆ, ਕੋਈ ਨਿਭਾ ਸਕਦਾ। ਆਪਣੀਆਂ ਜ਼ਿੰਦਗੀਆਂ ਨਿਸ਼ਾਵਰ ਕਰ ਦਿੱਤੀਆਂ ਮਹਾਂਪੁਰਖਾਂ ਦੇ ਉੱਤੋਂ ਦੀ। ਸੋ ਸਾਧ ਸੰਗਤ ਜੀ, ਉਹ ਮਿੱਤਰ ਵੀ ਧਨਤਾ ਦੇ ਯੋਗ ਬਣ ਗਏ। ਕਹਿੰਦੇ ਪਦ ਕੰਜਨ ਜਾਸ ਪੁਨੀਤ ਤਰੈ ਰਿਜ ਪਾਵਨ ਤੇ ਜਗ ਪਾਪ ਮਟਾਈ। ਕਹਿੰਦੇ ਜਿਸ ਧਰਤੀ ਤੇ ਉਹਨਾਂ ਨੇ ਚਰਨ ਰੱਖਿਆ ਨਾ, ਉਹਨਾਂ ਦੇ ਚਰਨ ਦੀ ਸ਼ੋਭਾ ਕਬਲ ਵਰਗੀ ਹੈ। ਉਸ ਧਰਤੀ ਦੇ ਉਹ ਪਾਪ ਮੇਟ ਦਿੰਦੇ ਆ ਜਿੱਥੇ ਰੱਬ ਦੇ ਨਾਮ ਜਪਣ ਵਾਲੇ ਆਪਣਾ ਕਦਮ ਵੀ ਰੱਖ ਦਿੰਦੇ ਆ। ਜੋ ਭਾ ਮੰਡਲ ਮਾਹੇ ਭਜੇ ਖਿਨ ਏਕ ਅਕਾਗਰ ਰਾਮ ਸਹਾਈ। ਜਿਨ੍ਹਾਂ ਨੇ ਇੱਕ ਇੱਕ ਖਿਨ ਇਕਾਗਰਤਾ ਦੇ ਨਾਲ ਪਰਮੇਸ਼ਰ ਦਾ ਨਾਮ ਇਸ ਸੰਸਾਰ ਵਿੱਚ ਜਪਿਆ, ਐਸੀ ਸ਼ੋਭਾ ਉਹਨਾਂ ਮਹਾਂਪੁਰਖਾਂ ਦੀ, ਉਹਨਾਂ ਪ੍ਰਭੂ ਦੇ ਪਿਆਰਿਆਂ ਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਮੈਂ ਬਹੁਤਾ ਵਿਸਥਾਰ ਵਿੱਚ ਚਲਿਆ ਗਿਆ। ਮਹਾਂਪੁਰਖਾਂ ਦੇ ਅੱਜ ਜਨਮ ਦਿਹਾੜੇ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਕੈਸਾ ਸੰਜੋਗ ਹੈ, ਦੇਖੋ ਜਨਮ ਵੀ ਉਹਨਾਂ ਦਾ ਸ਼ਹੀਦੀ ਦਿਹਾੜਿਆਂ ਦੇ ਦਿਨਾਂ ਵਿੱਚ ਹੀ ਆਉਂਦਾ ਹਰ ਸਾਲ। ਇਸ ਕਰਕੇ ਪਰ ਉਹਨਾਂ ਦਾ ਇਹ ਦਿਹਾੜਾ ਮਨਾਉਣਾ ਵੀ ਸਾਡਾ ਫਰਜ਼ ਬਣਦਾ। ਸੰਤ ਖਾਲਸਾ ਨਗਰ ਰੋਡੇ ਵਿਖੇ ਉਹਨਾਂ ਦਾ ਵੀ ਇਹ ਦਿਹਾੜਾ ਵਿਸ਼ੇਸ਼ ਰੂਪ ਦੇ ਵਿੱਚ ਸੰਗਤਾਂ ਮਨਾਉਂਦੀਆਂ ਹਨ। ਸੋ ਆਪਾਂ ਉਹਨਾਂ ਦੀ ਯਾਦ ਨੂੰ ਚੇਤੇ ਕੀਤਾ ਹੈ। ਆਓ ਜੂਨ 84 ਦਾ ਉਹ ਘੱਲੂਘਾਰਾ, ਜਦੋਂ ਅੱਜ ਦੇ ਦਿਨਾਂ ਵਿੱਚ ਸਮੇਂ ਦੀ ਜ਼ਾਲਮ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ ਦੀ, ਸ੍ਰੀ ਅਕਾਲ ਤਖਤ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਹੈ, ਔਰ ਤੋਪਾਂ ਟੈਂਕਾਂ ਦੇ ਨਾਲ, ਮਸ਼ੀਨ ਗੰਨਾਂ ਦੇ ਨਾਲ, ਹਵਾਈ ਹਮਲਿਆਂ ਦੇ ਨਾਲ ਹਰਿਮੰਦਰ ਸਾਹਿਬ 'ਤੇ ਹਮਲੇ ਹੋ ਰਹੇ ਹੈ। ਤਾਨੋ ਗੁਰੂ ਕੇ ਲਾਲ ਇੱਕ ਇੱਕ ਸਿੰਘ ਹਜ਼ਾਰਾਂ ਜ਼ਾਲਮਾਂ ਦੇ ਨਾਲ ਜੂਝਦਾ ਹੋਇਆ ਸ਼ਹੀਦੀਆਂ ਪ੍ਰਾਪਤ ਕਰਦਾ ਜਾ ਰਿਹਾ ਹੈ। ਐਸਾ ਸ਼ਹੀਦੀ ਘੱਲੂਘਾਰਾ ਆਪਾਂ ਮਨਾ ਰਹੇ ਹਾਂ। ਆਓ ਸਤਿਗੁਰੂ ਜੀ ਦੇ ਗੁਰ ਇਤਿਹਾਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪਾਂ ਸਰਵਣ ਕਰੀਏ। ਕੱਲ੍ਹ ਸਾਧ ਸੰਗਤ ਜੀ ਭਾਈ ਪਰਾਗਾ, ਭਾਈ ਜੈਤਾਨੰਦਾ, 3 ਸਿੱਖਾਂ ਦੇ ਪ੍ਰਸੰਗਾਂ ਦੀ ਕਥਾ ਸੁਣੀ ਸੀ। ਅੱਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਈ ਤਲੋਕਾ, ਭਾਈ ਤੋਤਾ ਮਹਿਤਾ, ਇਹ 2 ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਹੈ। ਉਹਨਾਂ ਨੂੰ ਸੱਚੇ ਪਾਤਸ਼ਾਹ ਬਹੁਤਾ ਹੀ ਪਵਿੱਤਰ, ਕਿਰਪਾ ਭਰਿਆ, ਬਖਸ਼ਿਸ਼ ਭਰਿਆ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸੁਣੋ। ਸਾਰੇ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਤੋ ਪਾਠ ਕਾ ਨਾਮ ਤਲੋਕਾ। ਪਾਠ ਕਰਨ ਵਾਲਾ ਗੁਰਬਾਣੀ ਦਾ ਅਭਿਆਸੀ ਭਾਈ ਤਲੋਕਾ ਨਾਮ ਦਾ ਸਿੱਖ ਹੈ। ਤੋਤਾ ਮਹਿਤਾ ਜਿਸ ਮਨ ਰੋਕਾ। ਦੂਜਾ ਭਾਈ ਤੋਤਾ ਮਹਿਤਾ ਖੱਤਰੀਆਂ ਦਾ ਗੋਤ ਵੀ ਮੰਨਿਆ ਜਾਂਦਾ। ਜਿਵੇਂ ਆਪਣਾ ਮਹਿਤਾ ਨਗਰ ਹੈ, ਇੱਥੇ ਪਹਿਲੇ ਸਮਿਆਂ ਵਿੱਚ ਖੱਤਰੀ ਵਸਿਆ ਕਰਦੇ ਸਨ। ਇਸ ਕਰਕੇ ਕਈ ਨਗਰਾਂ ਦੇ ਨਾਮ ਇਸ ਤਰ੍ਹਾਂ ਪਏ ਹੋਏ ਹੈ ਪ੍ਰਸਿੱਧ ਰੂਪ ਦੇ ਵਿੱਚ। ਖੱਤਰੀਆਂ ਦੀ ਇੱਕ ਜਾਤੀ ਵੀ ਹੈ। ਜੇ ਮਹਿਤਾ ਸਿੱਖ ਦਾ ਨਾਮ ਮੰਨੀਏ ਫਿਰ 3 ਹੈ। ਜੇ ਭਾਈ ਤੋਤਾ ਮਹਿਤਿਆਂ ਦੀ ਕੁਲ ਵਿੱਚੋਂ ਹੈ ਫਿਰ 2 ਸਿੱਖ ਹਨ, ਜਿਨ੍ਹਾਂ ਨੇ ਆਪਣਾ ਮਨ ਰੋਕ ਕੇ ਹਮੇਸ਼ਾ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਇਆ ਹੈ। ਦਰਸ਼ਨ ਸ੍ਰੀ ਅਰਜਨ ਕੇ ਆਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਹਜੂਰ ਦੇ ਦਰਸ਼ਨ ਕਰਨ ਆਏ ਹੈ। ਪਦ ਸਮ ਪਦਮਨ ਸੀਸ ਨਿਭਾਏ। ਚਰਨਾਂ ਕਮਲਾਂ ਦੇ ਉੱਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਬਲ ਸਰੀਖੇ ਚਰਨਾਂ ਉੱਤੇ ਇਹਨਾਂ ਨੇ ਆ ਕੇ ਆਪਣੇ ਸੀਸ ਨਿਵਾਉਣਾ ਕੀਤੇ, ਭਾਵ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਹੱਥ ਜੋੜ ਮੁਖ ਬਾਕ ਉਚਾਰਾ। ਹੱਥ ਜੋੜ ਕੇ ਇਹਨਾਂ 3 ਸਿੱਖਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਉਸ ਸਮੇਂ ਸ਼੍ਰੀ ਸਤਿਗੁਰ ਉਪਦੇਸ਼ ਤੁਮਾਰਾ। ਇਹ ਸਤਿਗੁਰੂ ਜੀ ਆਪ ਜੀ ਦਾ ਉਪਦੇਸ਼ ਹੈ। ਆਪ ਜੀ ਨੇ ਕਿਰਪਾ ਕਰਕੇ ਸਾਨੂੰ ਇਹ ਸ਼ੁਭ ਸਿੱਖਿਆ, ਸ਼ੁਭ ਉਪਦੇਸ਼ ਦਿੱਤਾ ਹੋਇਆ ਹੈ। ਰਾਮ ਨਾਮ ਸਿਮਰੋ ਲਿਵ ਲਾਈ। ਕਿ ਰਮਿਆ ਹੋਇਆ ਪਰਮੇਸ਼ਰ ਜੋ ਵਾਹਿਗੁਰੂ ਆ, ਉਹਦਾ ਨਾਮ ਵਾਹਿਗੁਰੂ ਮੰਤਰ ਹੈ। ਗੁਰਸਿੱਖਾਂ ਲਈ ਵਾਹਿਗੁਰੂ ਮੰਤਰ ਹੈ, ਮੂਲ ਮੰਤਰ ਹੈ। ਇਹੀ ਸਾਡਾ ਨਾਮ ਹੈ।
ਹਿੰਦੂ ਵੀਰਾਂ ਲਈ ਰਾਮ ਹੋ ਸਕਦਾ, ਮੁਸਲਮਾਨਾਂ ਲਈ ਅੱਲਾ ਹੋ ਸਕਦਾ, ਈਸਾਈਆਂ ਲਈ ਗੋਡ ਹੋ ਸਕਦਾ, ਪਰ ਸਾਡਾ ਨਾਮ ਵਾਹਿਗੁਰੂ ਮੰਤਰ ਹੈ। ਇਹਦਾ ਮਤਲਬ ਇਹ ਨਹੀਂ ਕਰਨਾ ਕਿ ਰਾਮ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ। ਰਮੇ ਹੋਏ ਪਰਮੇਸ਼ਰ ਦਾ ਜਿਹੜਾ ਨਾਮ ਵਾਹਿਗੁਰੂ ਗੁਰਮੰਤਰ ਹੈ, ਉਹ ਨਾਮ ਦੀ ਦਾਤ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਗੁਰਸਿੱਖਾਂ ਨੂੰ ਦਸਮ ਪਿਤਾ ਜੀ ਨੇ, ਦਸਮ ਪਿਤਾ ਜੀ ਦੇ ਸਮੇਂ ਤੋਂ ਪੰਜ ਪਿਆਰਿਆਂ ਨੂੰ ਇਹ ਅਧਿਕਾਰ ਹੈ ਅੱਗੇ ਵਾਹਿਗੁਰੂ ਮੰਤਰ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕਰਦੇ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਵਾਹਿਗੁਰੂ ਦਾ ਜੋ ਪਰਮੇਸ਼ਰ ਨਾਮ ਦਾ ਸਿਮਰਨ ਹੈ, ਵਾਹਿਗੁਰੂ ਸ਼ਬਦ, ਉਹਦਾ ਸਿਮਰਨ ਲਿਵ ਲਾ ਕੇ ਸੁਰਤ ਨੂੰ ਲਾ ਕੇ ਅੱਠੇ ਪਹਿਰ ਉਹਦਾ ਜਾਪ ਕਰਦੇ ਹਾਂ। ਇਸ ਤੇ ਨਹੀਂ ਨਰਕ ਮਹਿ ਜਾਈ। ਔਰ ਤੁਹਾਡਾ ਹੁਕਮ ਹੈ ਵੀ ਜਿਹੜਾ ਇਹ ਨਾਮ ਜਪੇਗਾ ਨਾ, ਉਹ ਨਰਕਾਂ 'ਚ ਨਹੀਂ ਕਦੇ ਪਵੇਗਾ। ਨਾਮ ਜਪਣ ਵਾਲੇ ਨੂੰ ਪਰਮੇਸ਼ਰ ਨਰਕਾਂ ਵਿੱਚ ਨਹੀਂ ਪੈਣ ਦਿੰਦਾ। ਆਖੋ ਭਾਈ ਵਾਹਿਗੁਰੂ। ਦੇਖੋ ਨਾਮ ਵਿੱਚ ਐਡਾ ਵੱਡਾ, ਐਡੀ ਵੱਡੀ ਸ਼ਕਤੀ, ਐਡਾ ਵੱਡਾ ਨਾਮ ਦਾ ਫਲ ਹੈ। ਐਵੇਂ ਕਈ ਵਾਰੀ ਅਸੀਂ ਭਟਕ ਜਾਂਦੇ ਹਾਂ। ਜੇ ਵਾਹਿਗੁਰੂ ਨਾਮ ਜਪੋਗੇ ਕਦੇ ਨਰਕਾਂ ਵਿੱਚ ਨਹੀਂ ਪਾਓਗੇ। ਜੇ ਮੂਲ ਮੰਤਰ ਦਾ ਜਾਪ ਕਰੋਗੇ ਕਦੇ ਨਰਕਾਂ 'ਚ ਨਹੀਂ ਪਾਓਗੇ। ਜੇ ਬਾਣੀ ਪੜੋਗੇ ਕਦੇ ਨਰਕਾਂ ਵਿੱਚ ਨਹੀਂ ਪਾਓਗੇ। ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਕਮਾਈ 5 ਬਾਣੀਆਂ, 5 ਗ੍ਰੰਥੀ, 101 ਜਪਜੀ ਸਾਹਿਬ ਦਾ ਪਾਠ, ਇਸ ਤੋਂ ਇਲਾਵਾ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਅਭਿਆਸ ਲਗਾਤਾਰ ਕਰਦੇ ਸਨ। ਸ਼ਹੀਦੀ ਦੇਣ ਤੱਕ ਇਹ ਸਾਰੇ ਨਿਯਮ ਉਹਨਾਂ ਨੇ ਆਪਣੇ ਨਿਭਾਏ। ਇਸ ਕਰਕੇ ਮਹਾਰਾਜ ਕਹਿੰਦੇ ਵੀ ਸੱਚੇ ਪਾਤਸ਼ਾਹ ਸਿੱਖ ਕਹਿੰਦੇ ਆ ਤੁਹਾਡਾ ਹੁਕਮ ਹੈ ਜਿਹੜਾ ਵਾਹਿਗੁਰੂ ਨਾਮ ਜਪੇਗਾ ਉਹ ਨਰਕਾਂ ਦੇ ਵਿੱਚ ਨਹੀਂ ਪੈਂਦਾ। ਐਡੀ ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ। ਏਮ ਸੁਨ ਬਿਪਰ ਤਰਕ ਨਾ ਕਰੈ। ਜਦੋਂ ਸਾਡੀ ਇਹ ਗੱਲ ਬ੍ਰਾਹਮਣ ਸੁਣਦੇ ਆ ਨਾ ਕਿ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਜਿਹੜਾ ਵਾਹਿਗੁਰੂ ਨਾਮ ਜਪੇਗਾ, ਵਾਹਿਗੁਰੂ 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 ਨਾਮ ਦਾ ਅਭਿਆਸ ਕਰੇਗਾ, ਉਹ ਨਰਕਾਂ ਵਿੱਚ ਨਹੀਂ ਪਵੇਗਾ, ਤਾਂ ਬ੍ਰਾਹਮਣ ਸਾਡੇ ਉੱਤੇ ਤਰਕਾਂ ਕਰਦੇ ਹੈ। ਬ੍ਰਾਹਮਣ ਸਾਡਾ ਮਜ਼ਾਕ ਉਡਾਉਂਦੇ ਹੈ। ਕਈ ਤਰ੍ਹਾਂ ਦੀਆਂ ਸਾਨੂੰ ਹੀਲ ਹੁਜਤਾਂ ਕਰਦੇ ਆ, ਤਾਨੇ ਮਿਹਣੇ ਮਾਰਦੇ ਆ। ਜੇ ਸਿਮਰਨ ਤੇ ਨਰਕ ਨਾ ਪਰੈ। ਉਹ ਕੀ ਕਹਿੰਦੇ ਆ? ਕਹਿੰਦੇ ਜੇ ਵਾਹਿਗੁਰੂ ਸਿਮਰਨ ਕਰਕੇ ਨਰਕਾਂ ਦੇ ਵਿੱਚ ਨਹੀਂ ਬੰਦਾ ਪੈਂਦਾ। ਸਭ ਜਗ ਰਾਮ ਨਾਮ ਕੋ ਲੇਤ। ਬਾਹਮਣ ਕਹਿੰਦੇ ਆ ਵੀ ਸਾਰਾ ਸੰਸਾਰ ਹੀ ਰਾਮ ਰਾਮ ਜਪਦਾ ਹੈ, ਰਾਮ ਦਾ ਨਾਮ ਹੀ ਲੈਂਦਾ ਹੈ। ਕਿਉਂ ਪੁਨ ਨਰਕ ਪਾਏ ਕਰ ਦੇਤ। ਤੇ ਉਹਨਾਂ ਨੂੰ ਫੇਰ ਕਿਉਂ ਜਮ ਰਾਜੇ ਦੇ, ਧਰਮ ਰਾਜੇ ਦੇ ਜਿਹੜੇ ਜਮ ਹੈ ਉਹਨਾਂ ਨੂੰ ਕਿਉਂ ਨਰਕਾਂ ਦੇ ਵਿੱਚ ਪਾ ਦਿੰਦੇ ਆ? ਫਿਰ ਉਹ ਕਿਉਂ ਨਰਕਾਂ ਦੇ ਵਿੱਚ ਪੈਂਦੇ ਆ? ਵਾਪਸ ਜਾ ਜਾ ਕੇ ਮਾਤ ਲੋਕ ਤੋਂ ਨਰਕਾਂ ਦੀ ਸਜ਼ਾ ਭੋਗਦੇ ਆ। ਜੇ ਇਹ ਸੱਚ ਹੋਏ ਜਿਮ ਕਹਾ। ਜੇ ਕਹਿੰਦੇ ਤੁਹਾਡੀ ਇਹ ਗੱਲ ਕਹੀ ਹੋਈ ਮੰਨ ਲਈਏ ਵੀ ਇਹ ਸੱਚੀ ਹੈ ਵੀ ਰੱਬ ਦਾ ਨਾਮ ਲੈਣ ਵਾਲਾ ਨਰਕ ਵਿੱਚ ਨਹੀਂ ਪੈਂਦਾ, ਕਿਉਂ ਪ੍ਰਭ ਨਰਕ ਬਣਾਵਨ ਚਾਹੈ। ਫਿਰ ਪ੍ਰਭੂ ਨੇ, ਰੱਬ ਨੇ, ਪਰਮੇਸ਼ਰ ਨੇ ਚਾਹ ਕੇ ਨਰਕ ਕਿਉਂ ਬਣਾਏ? ਫਿਰ ਨਰਕ ਬਣਾਉਂਦਾ ਹੀ ਨਾ। ਦੇਖੋ ਮਨਮੁਖ ਬੰਦਾ ਜਦੋਂ ਹੀਲ ਹੁਜਤ ਤਰਕਾ ਮਾਰਦਾ ਨਾ, ਉਹ ਕਿਸੇ ਵੀ ਤਲ ਤੇ ਚਲਿਆ ਜਾਂਦਾ, ਉਹ ਰੱਬ ਨੂੰ ਵੀ ਨਹੀਂ ਮਾਫ ਕਰਦਾ, ਰੱਬ ਦੇ ਉੱਤੇ ਵੀ ਸਵਾਲ ਪੈਦਾ ਕਰ ਦਿੰਦਾ ਮਨਮੁਖ ਬੰਦਾ ਤਰਕ ਦੇ ਆਸਰੇ। ਕਹਿੰਦਾ ਫਿਰ ਰੱਬ ਨੂੰ, ਜਿਵੇਂ ਮਨਮੁਖ ਬੰਦੇ ਤਰਕਾ ਨਹੀਂ ਮਾਰਦੇ, ਆਪਣਾ ਨਿੱਤੀ ਵਾਹ ਪੈਂਦਾ ਇਹੋ ਜਿਹੇ ਬੰਦਿਆਂ ਨਾਲ, ਤੁਸੀਂ ਦੇਖਦੇ ਰਹਿੰਦੇ ਹੋ। ਕਹਿੰਦੇ ਫਿਰ ਨਰਕ ਬਣਾਉਂਦਾ ਹੀ ਨਾ ਵੀ ਮੇਰੇ ਲੋਕ ਮੇਰਾ ਨਾਮ ਲੈਣ ਵਾਲੇ ਆ, ਮੈਂ ਉਹਨਾਂ ਨੂੰ ਨਰਕਾਂ 'ਚ ਨਹੀਂ ਪਾਉਣਾ। ਤੇ ਨਰਕ ਨਾ ਹੀ ਬਣਾਉਂਦਾ ਫਿਰ ਕਾਹਤੋਂ ਬਣਾਏ ਆ ਉਸ ਨੇ? ਸਗਰੇ ਮੁਕਤ ਪਾਏ ਜਪ ਰਾਮ। ਜਦੋਂ ਸਾਰਿਆਂ ਨੇ ਰਾਮ ਰਾਮ ਕਹਿ ਕੇ ਰੱਬ ਦਾ ਨਾਮ ਜਪ ਕੇ, ਇਹ ਰਾਮ ਰਾਮ ਦੂਜਿਆਂ ਲਈ ਵੀ ਹੈ ਵੀ ਉਹ ਹਿੰਦੂ ਧਰਮ ਮੁਤਾਬਕ ਕਹਿੰਦੇ ਆ ਵੀ ਜੇ ਸਾਰਿਆਂ ਨੇ ਰਾਮ ਦਾ ਨਾਮ ਜਪ ਕੇ ਮੁਕਤੀ ਪਾ ਲੈਣੀ ਹੈ। ਨਿਸਫਲ ਕਰੇ ਸੁਰਗ ਕੇ ਧਾਮ। ਫਿਰ ਜਿਹੜੇ ਸਵਰਗ ਦਾ ਘਰ ਹੈ ਨਾ, ਜਿਹੜਾ ਸਵਰਗ ਹੈ ਉਹ ਵੀ ਨਿਸਫਲ ਹੋ ਗਏ, ਫਲ ਦੇਣ ਤੋਂ ਰਹਿਤ। ਕਿਉਂ? ਜਿਹੜਾ ਬੰਦਾ ਮੁਕਤ ਹੋ ਜਾਂਦਾ ਸਾਧ ਸੰਗਤ ਜੀ, ਉਹ ਸਵਰਗ ਵਿੱਚ ਵੀ ਨਹੀਂ ਜਾਂਦਾ। ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰਨਾ ਲਿਖ ਲੈ ਜਾਓ। ਪਾਪੀ ਬੰਦਾ ਨਰਕਾਂ ਵਿੱਚ ਜਾਂਦਾ, ਪੁੰਨ ਦਾਨ ਕਰਨ ਵਾਲਾ ਸਵਰਗਾਂ 'ਚ ਜਾਂਦਾ।
ਰਾਜ ਨ ਚਾਹੋ ਮੁਕਤ ਨ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜਿਹੜਾ ਮੁਕਤਵਾਨ ਹੈ ਨਾ, ਮੁਕਤ ਪੁਰਸ਼ ਹੈ, ਉਹ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ, ਉਹ ਸਵਰਗ ਦੇ ਵਿੱਚ ਵੀ ਨਹੀਂ ਜਾਂਦਾ, ਨਰਕਾਂ 'ਚ ਉਹਨੂੰ ਵਾਹਿਗੁਰੂ ਪੈਣੀ ਨਹੀਂ ਦਿੰਦਾ। ਉਹਦਾ ਕਿਉਂ ਸਵਰਗ ਵਿੱਚ ਜਾਣ ਵਾਲੇ ਦਾ ਆਵਾਗਮਨ ਹੈ। ਜਿੰਨੇ ਮਾਤ ਲੋਕ ਤੇ ਨੇ ਪੁੰਨ ਕੀਤੇ ਹੈ, ਸਵਰਗਾਂ ਵਿੱਚ ਉਹਦਾ ਫਲ ਭੋਗ ਕੇ ਫਿਰ ਉਹਨੂੰ ਦੁਬਾਰਾ ਮਾਤ ਲੋਕ ਤੇ ਆਉਣਾ ਪੈਂਦਾ। ਪਰ ਜਿਹੜਾ ਪੁੰਨ ਪਾਪ ਧੋਤੇ ਚਲੇ ਗਿਆ, ਵਾਹਿਗੁਰੂ ਦੀ ਭਗਤੀ ਉਹਨੂੰ ਪ੍ਰਵਾਨ ਹੋ ਗਈ, ਫਿਰ ਉਹਨੂੰ ਵਾਹਿਗੁਰੂ ਮੁਕਤ ਕਰ ਦਿੰਦਾ, ਉਹਦਾ ਮੁਕਾ ਦਿੰਦਾ ਸਾਰਾ ਚੱਕਰ, ਆਪਣੇ ਵਿੱਚ ਲੀਨ ਕਰ ਲੈਂਦਾ, ਅਭੇਦ ਕਰ ਲੈਂਦਾ। ਸੱਚਖੰਡ ਵਿੱਚ ਉਹਨਾਂ ਨੂੰ ਵਾਹਿਗੁਰੂ ਨਿਵਾਸ ਦਿੰਦਾ, ਜਿੱਥੋਂ ਮੁੜ ਕੇ ਆਉਣਾ ਜਾਣਾ ਨਹੀਂ। ਤਿੱਥਾ ਲੋ ਲੋ ਆਕਾਰ। ਉਹ ਰੂਹਾਂ ਪ੍ਰਕਾਸ਼ ਰੂਪ ਪਰਮੇਸ਼ਰ ਦੇ ਵਿੱਚ ਜਾ ਕੇ ਪ੍ਰਕਾਸ਼ਮय ਰੂਪ ਦੇ ਅੰਦਰ ਨਿਵਾਸ ਕਰਦੀਆਂ। ਹਾਂ, ਡਿਊਟੀ ਪਰਮੇਸ਼ਰ ਲਾ ਦੇਵੇ, ਜਿਵੇਂ ਮਹਾਂਪੁਰਖਾਂ ਦੀ, ਗੁਰਸਿੱਖਾਂ ਦੀ, ਸੂਰਬੀਰ ਯੋਧਿਆਂ ਸ਼ਹੀਦਾਂ ਦੀ ਲਾ ਦਿੰਦਾ ਜੀਵਾਂ ਦਾ ਭਲਾ ਕਰਨ ਵਾਸਤੇ, ਉਹ ਆ ਜਾਂਦੇ, ਫਿਰ ਉੱਥੇ ਹੀ ਚਲੇ ਜਾਂਦੇ। ਉਹ ਇੱਛਾ ਤੋਂ ਰਹਿਤ ਹੁੰਦੇ ਆ, ਉਹ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਦੇ ਆ, ਉਹਦੇ ਹੁਕਮ ਵਿੱਚ ਕਾਰ ਕਰਦੇ। ਇਸ ਕਰਕੇ ਕਹਿੰਦੇ ਫਿਰ ਸਵਰਗ ਦੇ ਧਾਮ ਜਿਹੜੇ ਬਣਾਏ ਆ ਘਰ, ਇਹ ਵੀ ਨਿਸਫਲ ਹੋ ਗਏ, ਫਿਰ ਇਹਨਾਂ ਦੀ ਵੀ ਕੋਈ ਲੋੜ ਨਹੀਂ ਹੈ। ਨਰਕ ਸੁਰਗ ਦੋਨੋਂ ਨਹਿ ਚਾਹੀਏ। ਨਰਕ ਸਵਰਗ ਦੋਨੋਂ ਨਹੀਂ ਹੋਣੇ ਚਾਹੀਦੇ ਸਨ। ਜੇ ਸਿਮਰਨ ਤੇ ਮੁਕਤੀ ਲਈ ਹੈ। ਜੇ ਰਾਮ ਦਾ ਨਾਮ ਜਪਿਆਂ ਤੋਂ, ਸਿਮਰਨ ਕਰਨ ਤੋਂ ਮੁਕਤੀ ਲਈਦੀ ਹੈ। ਸੁਨ ਸ੍ਰੀ ਮੁਕਤੇ ਬਾਕ ਉਚਾਰੇ। ਜਦੋਂ ਸਤਿਗੁਰੂ ਜੀ ਨੇ ਉਹ ਬ੍ਰਾਹਮਣਾਂ ਦੇ ਕਹੇ ਹੋਏ ਤਰਕਾਂ ਭਰੇ ਸਵਾਲ ਸਿੱਖਾਂ ਨੇ ਦੱਸੇ, ਫਿਰ ਉੱਤਰ ਦੇਣ ਲਈ ਸੁਭਾਈਮਾਨ ਮੁਖ ਤੋਂ ਸਤਿਗੁਰੂ ਜੀ ਨੇ ਬਚਨ ਕੀਤਾ, ਉਚਾਰਿਆ, ਨਿਸ਼ਚੈ ਰਾਮ ਜਪਤ ਹੈ ਸਾਰੇ। ਮਹਾਰਾਜ ਕਹਿੰਦੇ, ਗੁਰਸਿੱਖੋ ਇਹ ਗੱਲ ਦੱਸੋ ਵੀ ਪਰਮੇਸ਼ਰ ਦਾ ਨਾਮ ਪੂਰੇ ਨਿਸ਼ਚੇ ਭਰੋਸੇ ਨਾਲ ਕਿੰਨੇ ਕੁ ਲੋਕ ਜਪਦੇ ਆ? ਇਹ ਕੁਐਸਚਨ ਮਾਰਕ ਹੈ। ਕਿੰਨਿਆਂ ਕੁ ਨੂੰ ਵਿਸ਼ਵਾਸ ਹੈ, ਕਿੰਨਿਆਂ ਕੁ ਨੂੰ ਭਰੋਸਾ, ਕਿੰਨਿਆਂ ਕੁ ਦੇ ਅੰਦਰ ਇਹ ਸ਼ਰਧਾ ਕਿ ਵਾਹਿਗੁਰੂ ਦਾ ਨਾਮ ਜਪਿਆ ਸਾਨੂੰ ਨਰਕ ਨਹੀਂ ਮਿਲਣਾ। ਇਹ ਤਾਂ ਆਪਾਂ ਵੀ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ, ਸਾਡਾ ਮਨ ਵੀ ਡੋਲ ਜਾਂਦਾ ਨਾ। ਕਿੰਨਿਆਂ ਨੂੰ ਇਹ ਦ੍ਰਿੜ ਵਿਸ਼ਵਾਸ ਹੈ ਕਿ ਮੈਂ ਨਾਮ ਜਪਦਾ, ਮੈਂ ਨਰਕਾਂ ਵਿੱਚ ਨਹੀਂ ਪਵੇਂਗਾ? ਮਹਾਰਾਜ ਕਹਿੰਦੇ ਇਹ ਕਿੰਨਿਆਂ ਕੁ ਦੇ ਅੰਦਰ ਹੈ। ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਨਾਮ, ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਇ। ਰਾਮ ਰਾਮ ਜ਼ੁਬਾਨ ਨਾਲ ਤਾਂ ਕਹੀ ਜਾਂਦਾ, ਪਰ ਮਨ ਨੂੰ ਜੋੜ ਕੇ ਪਰਮੇਸ਼ਰ ਦੇ ਨਾਮ ਵਿੱਚ ਨਹੀਂ ਲਾਇਆ, ਹਿਰਦੇ ਵਿੱਚ ਨਾਮ ਨਹੀਂ ਵਸਿਆ, ਗੁਰੂ ਦੀ ਕਿਰਪਾ ਨਹੀਂ ਹੋਈ, ਤੇ ਪੂਰਾ ਫਲ ਕਿਵੇਂ ਮਿਲੇਗਾ? ਨਹੀਂ ਮਿਲ ਸਕਦਾ। ਇਹ ਭਰੋਸਾ, ਸ਼ਰਧਾ, ਇਕਾਗਰਤਾ, ਅਭਿਆਸ, ਇਹ ਸਾਰਾ ਕੁਝ ਨਾਲ ਲੈ ਕੇ ਚੱਲਣਾ ਪੈਂਦਾ। ਕਿੰਨਿਆਂ ਕੁ ਨੂੰ ਨਿਸ਼ਚਾ ਪਰਮੇਸ਼ਰ ਦੇ ਨਾਮ ਦੇ ਉੱਤੇ? ਕਹਿੰਦੇ ਮਹਾਰਾਜ ਜੀ ਨੇ ਅੱਗੋਂ ਸਵਾਲ ਕੀਤਾ ਕਿ ਕਿੰਨਾ ਕੇ ਭਰੋਸਾ ਰੱਖਣ ਵਾਲੇ ਐ ਸੰਸਾਰ ਦੇ ਅੰਦਰ? ਨਹਿ ਪ੍ਰਤੀਤ ਅਰ ਮਨ ਨਾ ਇਕਾਗਰ। ਕਿੰਨਿਆਂ ਕੁ ਨੂੰ ਪ੍ਰਤੀਤ ਹੈ, ਭਰੋਸਾ ਹੈ? ਕਿੰਨਿਆਂ ਕੁ ਦਾ ਮਨ ਇਕਾਗਰ ਹੈ? ਨਾਮ ਜਪਣ ਲਈ, ਵਾਹਿਗੁਰੂ ਨਾਮ ਜਪਣ ਵਾਲੇ ਕਿੰਨੇ ਕੇ ਮਨ ਵਿੱਚ ਇੱਛਾ ਰੱਖਦੇ ਆ ਵੀ ਨਾਮ ਜਪੀਏ ਤੇ ਮੁਕਤ ਹੋ ਜਾਈਏ? ਬਹੁਤੇ ਤਾਂ ਇਹੀ ਖਿਆਲ ਰੱਖਦੇ ਆ ਨਾ, ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪਹੁਤਾ। ਕਹਿੰਦਾ ਜੇ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ, ਇਸ ਵੱਟੇ ਮੈਨੂੰ ਆਹ ਕੁਛ ਮਿਲਣਾ ਚਾਹੀਦਾ। ਜੇ ਮੈਂ ਗੁਰਦੁਆਰੇ ਟੋਕਰੀ ਢੋਈ, ਲੰਗਰ ਦੇ ਵਿੱਚ ਬਰਤਨ ਮਾਂਜੇ, ਝਾੜੂ ਦਿੱਤਾ, ਲੰਗਰ ਬਣਾਇਆ, ਵਰਤਾਇਆ, ਤਾਂ ਮੇਰੇ ਆਹ ਦੁੱਖ ਕੱਟੇ ਜਾਣ। ਨਿਸਕਾਮ ਕਿੰਨਿਆਂ ਕੁ ਨੇ ਸੇਵਾ ਕੀਤੀ? ਇੱਕ ਸਦੋ ਚੌਕਿਆ ਗਣੀ ਸਭ ਇਕਤ ਸਾਧ ਮੁੱਠੀ, ਇੱਕ ਅਦ ਨਾਏ ਰਸੀੜਾ ਕਾ ਵਿਰਲੀ ਜਾਏ ਬੁੱਠੀ। ਇੱਕ ਦੋ ਚੌਹਾਂ ਦੀ ਕੀ ਗੱਲ ਕਰਨੀ ਹੈ? ਕਹਿੰਦੇ ਦੁਨੀਆ ਦੇ ਸਵਾਦਾਂ ਦੇ ਵਿੱਚ ਸਾਰੀ ਦੁਨੀਆ ਲੁੱਟੀ ਗਈ ਹੈ, 1% ਹੀ ਬਚੇ ਹੈ ਸਾਰੀ ਸ੍ਰਿਸ਼ਟੀ ਚੋਂ। ਸੰਪੂਰਨ ਬ੍ਰਹਮ ਗਿਆਨੀ ਬ੍ਰਹਮ ਵੇਤਾ ਹੈ, ਅੱਧਾ ਜਗਿਆਸੂ ਹੈ ਜਿਹੜਾ ਸਾਧਨਾ ਵਿੱਚ ਲੱਗਾ ਹੋਇਆ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸਕਾ ਹੋਤ ਪ੍ਰਾਪਤ ਸੁਆਮੀ। ਕਾਹੂ ਫਲ ਕੀ ਇੱਛਾ ਨਹੀਂ ਬਾਚੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਰੋਜ਼ ਨਿਤਨੇਮ ਕਰਦੇ ਹੋ,
ਅਰਦਾਸ ਕਰਕੇ ਕਦੇ ਕਿਹਾ ਵੀ ਸੱਚੇ ਪਾਤਸ਼ਾਹ ਅੱਜ ਦਾ ਨਿਤਨੇਮ, ਅੱਜ ਦਾ ਸਿਮਰਨ, ਅੱਜ ਦੀ ਪੜ੍ਹੀ ਬਾਣੀ ਮੈਂ ਤੁਹਾਨੂੰ ਅਰਪਿਤ ਕਰਦਾ, ਤੁਹਾਡੇ ਚਰਨਾਂ ਵਿੱਚ ਸਮਰਪਿਤ ਕਰ ਦਿੱਤੀ, ਮੇਰੀ ਕੋਈ ਇੱਛਾ ਨਹੀਂ ਹੈ, ਮੈਂ ਇਹਦਾ ਕੋਈ ਫਲ ਨਹੀਂ ਮੰਗਦਾ? ਕੋਈ ਵਿਰਲਾ ਹੀ ਹੋਏਗਾ ਨਾ। ਇੰਨੇ ਜਪਜੀ ਸਾਹਿਬ ਦੇ ਪਾਠ ਕੀਤੇ, ਸੁਖਮਨੀ ਸਾਹਿਬ ਕੀਤਾ, ਮੂਲ ਮੰਤਰ ਕੀਤਾ, ਵਾਹਿਗੁਰੂ ਮੰਤਰ ਇੰਨੇ ਘੰਟੇ ਜਪਿਆ, ਅਰਦਾਸ ਕੀਤੀ ਹੋਵੇ ਮਹਾਰਾਜ ਸਾਰਾ ਕੁਝ ਹੀ ਸਮਰਪਿਤ ਤੁਹਾਨੂੰ ਕਰ ਦਿੱਤਾ, ਵਿਰਲਾ ਹੀ ਹੋਏਗਾ। ਸਾਧ ਸੰਗਤ ਜੀ, ਮਹਾਂਪੁਰਖ ਨਿਰਵਾਣ ਪ੍ਰੀਤਮ ਦਾਸ ਜੀ ਹੋਏ, ਬੜੀ ਘਾਲਣਾ ਉਹਨਾਂ ਨੇ ਘਾਲੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਹੰਸਲੀਆਂ ਉਹਨਾਂ ਨੇ ਬਣਵਾਈਆਂ ਸਭ ਤੋਂ ਪਹਿਲਾਂ ਰਾਵੀ ਨਹਿਰ ਲਿਆ ਕੇ, ਬਹੁਤ ਵੱਡੇ ਘਾਲੀ ਮਹਾਂਪੁਰਖ, ਬਰੀ ਕਰਨੀ ਵਾਲੇ। ਅਖੀਰਲਾ ਸਮਾਂ ਆਇਆ, ਅਰਦਾਸ ਕੀਤੀ ਉਹਨਾਂ ਨੇ, ਸੱਚੇ ਪਾਤਸ਼ਾਹ ਜਿੰਨਾ ਮੇਰੇ ਤੋਂ ਤੁਸੀਂ ਜਪ ਤਪ ਦਾਨ ਪੁੰਨ ਸ਼ੁਭ ਕਰਮ ਕਰਾਏ, ਮੈਂ ਸਾਰੇ ਤੁਹਾਡੇ ਚਰਨਾਂ ਦੇ ਵਿੱਚ ਆਪਣੇ ਵੱਲੋਂ ਸਮਰਪਿਤ ਕਰਦਾ, ਮੇਰੀ ਕੋਈ ਇੱਛਾ ਨਹੀਂ। ਸੱਚੇ ਪਾਤਸ਼ਾਹ ਤੁਸੀਂ ਉਹ ਜਪਾਇਆ, ਤੁਹਾਨੂੰ ਹੀ ਮੈਂ ਭੇਟਾ ਕਰ ਦਿੱਤਾ। ਐਸਾ ਕੋਈ ਵਿਰਲਾ ਮਹਾਂਪੁਰਖ ਹੋਏਗਾ, ਗੁਰਮੁਖ ਹੋਏਗਾ, ਪਵਿੱਤਰ ਆਤਮਾਵਾਂ ਹੋਏਗੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਨਾ ਪ੍ਰਤੀਤ ਔਰ ਮਨ ਨਾ ਕਾਗਰ, ਇਹ ਪ੍ਰਤੀਤ ਭਰੋਸਾ ਹੀ ਨਹੀਂ ਹੈ ਮਨ ਦੇ ਵਿੱਚ। ਨਾਮ ਜਪਦਿਆਂ ਵੀ ਮੈਨੂੰ ਮੁਕਤੀ ਮਿਲੇਗੀ, ਜਾਂ ਮੈਂ ਮਹਾਰਾਜ ਤੇ ਛੱਡਦਾ, ਮਹਾਰਾਜ ਨਰਕਾਂ 'ਚ ਰੱਖਣਾ ਨਰਕਾਂ 'ਚ ਰੱਖ ਲਿਓ, ਸੱਚਖੰਡ 'ਚ ਰੱਖਣਾ ਸੱਚਖੰਡ 'ਚ ਰੱਖ ਲਿਓ, ਅਸੀਂ ਤੁਹਾਡੇ ਹਾਂ, ਮੇਰੀ ਤਾਂ ਕੋਈ ਇੱਛਾ ਨਹੀਂ, ਜਿੱਥੇ ਰੱਖਣਾ ਜਿੱਥੇ ਭੇਜਣਾ ਤੁਸੀਂ ਭੇਜ ਦਿਓ। ਇਹ ਭਾਵਨਾ ਕਿਸੇ ਕਰੋੜਾਂ ਵਿੱਚੋਂ ਲੱਖਾਂ ਵਿੱਚੋਂ ਵਿਰਲੇ ਦੀ ਹੋਏਗੀ। ਮਹਾਰਾਜ ਕਹਿੰਦੇ ਕਿੰਨੇ ਕੁ ਹੈ, ਔਰ ਦੂਸਰਾ ਮਨ ਕਿੰਨਿਆਂ ਕੁ ਦਾ ਇਕਾਗਰ ਹੈ ਨਾਮ ਜਪਦਿਆਂ ਹੋਇਆਂ। ਜਪਜੀ ਸਾਹਿਬ ਪੜ੍ਹਦਿਆਂ ਸ਼ੁਰੂ ਹੁੰਦਾ ਤੇ ਸ਼ਲੋਕ ਦੀਆਂ ਪੰਕਤੀਆਂ ਤੇ ਜਾ ਕੇ ਪਤਾ ਲੱਗਦਾ ਵੀ ਪੜ੍ਹਿਆ ਵੀ ਗਿਆ, ਵਿੱਚੇ ਹੀ ਮਨ ਫੁਰਨਿਆਂ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਰੋੜ ਕੇ ਲੈ ਜਾਂਦਾ। ਪੰਜ ਬਾਣੀਆਂ ਵੀ, ਸੰਗਤ ਵਿੱਚ ਬੈਠਿਆਂ ਵੀ, ਸੁਰੋ ਵਿਚਾਰ। ਮਹਾਰਾਜ ਕਹਿੰਦੇ ਇਸ ਕਰਕੇ ਕੋਈ ਵਿਰਲਾ ਹੈ ਜਿਨ੍ਹਾਂ ਨੂੰ ਇਹ ਭਰੋਸਾ ਹੈ ਕਿ ਵਾਹਿਗੁਰੂ ਸਾਡੀ ਨਰਕਾਂ ਵਿੱਚ ਜਾਣ ਤੋਂ ਰੱਖਿਆ ਕਰੇਗਾ, ਔਰ ਮਨ ਇਕਾਗਰ ਹੋ ਗਿਆ ਜਿਨ੍ਹਾਂ ਦਾ ਕਿਮ ਕਲਿਆਣੈ ਪਾਏ ਉਜਾਗਰ। ਪ੍ਰਤੱਖ ਕਹਿੰਦੇ ਜਿਹਨੂੰ ਭਰੋਸਾ ਨਹੀਂ ਨਾਮ ਦੇ ਉੱਤੇ, ਨਾਮ ਜਪ ਰਿਹਾ ਨਾਮ ਤੇ ਭਰੋਸਾ ਨਹੀਂ, ਗੁਰੂ ਦੇ ਅੱਗੇ ਅਰਦਾਸ ਕਰ ਰਿਹਾ ਗੁਰੂ ਤੇ ਭਰੋਸਾ ਹੀ ਨਹੀਂ। ਅਰਦਾਸ ਇੱਥੇ ਕਰਦਾ, ਮਨ 'ਚ ਖਿਆਲ ਪਤਾ ਕਿੱਥੇ ਘੁੰਮਦਾ, ਜੇ ਇੱਥੋਂ ਪੂਰੀ ਹੋ ਗਈ ਠੀਕ ਹੈ, ਨਹੀਂ ਤਾਂ ਫਿਰ ਮੈਂ ਫਲਾਣੇ ਪੀਰ ਦੇ ਜਾਣਾ, ਉੱਥੇ ਜਾ ਕੇ ਹਾਜ਼ਰੀ ਭਰਨੀ ਹੈ, ਚੌਂਕੀ ਭਰਨੀ ਹੈ, ਉੱਥੋਂ ਕੰਮ ਬਣੇਗਾ। ਫਲਾਣੇ ਮੰਦਰ ਵਿੱਚ ਜਾਊਂਗਾ, ਫਲਾਣੇ ਮੱਠ ਵਿੱਚ ਜਾਊਂ, ਫਲਾਣੇ ਸਾਧ ਕੋਲੇ ਜਾਊਂ, ਫਲਾਣਾ ਬਾਬਾ ਬੜਾ ਤਾਂਤਰਿਕ ਹੈ, ਉਹਦੀਆਂ 4-4 5-5 ਚੌਂਕੀਆਂ ਭਰੂੰਗਾ। ਮਨ ਤਾਂ ਇੱਥੇ ਤੁਰਿਆ ਫਿਰਦਾ, ਭਲਿਆ ਸਾਰੀਆਂ ਸ਼ਕਤੀਆਂ ਦੇ ਮਾਲਕ ਕੋਲੇ ਆ ਕੇ ਵੀ ਅਜੇ ਤੂੰ ਪਿੱਛੇ ਨੂੰ ਝਾਕੀ ਜਾਨਾ। ਮਨ ਤਾਂ ਤੇਰਾ ਇੱਥੇ ਵੀ ਨਹੀਂ ਟਿਕਿਆ, ਤੈਨੂੰ ਪ੍ਰਤੀਤ ਭਰੋਸਾ ਹੀ ਨਹੀਂ ਆਇਆ। ਪ੍ਰਤੀਤ ਹੀਆ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਪਾਈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਤੇ ਤਾਂਤਰਿਕਾਂ ਨੇ ਕਿੰਨੇ ਵਾਰ ਕੀਤੇ। ਸਾਡੇ ਘਰ ਦੇ ਵਿੱਚ ਕੋਈ ਖੂਨ ਦਾ ਇੱਕ ਛਿੱਟਾ ਨਹੀਂ, ਖੂਨ ਤਾਂ ਛੱਡੋ, ਕੋਈ ਲਾਲ ਰੰਗ ਦੇ ਛਿੱਟੇ ਮਾਰਦੇ ਨਾ, ਕੁੱਲ ਦੁਨੀਆ ਦੇ ਅਸੀਂ ਤਾਂਤਰਿਕ ਸਿਆਣੇ ਜਾਦੂ ਟੂਣੇ ਕਰਨ ਵਾਲੇ ਨਹੀਂ ਛੱਡਣੇ, ਉਹਨਾਂ ਦੇ ਦਰ ਦੀਆਂ ਚੌਂਕੀਆਂ ਭਰਨ ਵਾਲੇ ਨਹੀਂ ਛੱਡਣੇ। ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ, ਉਹਨਾਂ ਨੇ ਗੁਰੂ ਸਾਹਿਬ ਤੇ ਭਰੋਸਾ ਰੱਖਿਆ ਤੇ ਮੰਗਿਆ ਵੀ ਨਹੀਂ, ਬੇਨਤੀ ਵੀ ਨਹੀਂ ਕੀਤੀ। ਮਹਾਂਪੁਰਖ ਪਰਉਪਕਾਰੀ ਆਏ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਉਹਨਾਂ ਨੇ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਤੇ ਫਿਰ ਪਦਵੀ ਵੀ ਕਿਹੜੀ ਮਿਲੀ ਹੈ। ਅੱਜ ਲੱਖਾਂ ਹੀ ਸੰਗਤਾਂ ਉਹਨਾਂ ਦੀ ਯਾਦ ਵਿੱਚ ਜੁੜੀਆਂ ਬੈਠੀਆਂ। ਇਹ ਪਦਵੀਆਂ ਸਾਰਿਆਂ ਨੂੰ ਥੋੜ੍ਹੋ ਮਿਲ ਜਾਂਦੀਆਂ, ਇਹ ਪੂਰਨ ਭਰੋਸੇ ਵਾਲਿਆਂ ਦੀਆਂ ਨਿਸ਼ਾਨੀਆਂ ਔਰ ਉਹਨਾਂ ਤੇ ਰਹਿਮਤਾਂ ਬਖਸ਼ਿਸ਼ਾਂ ਗੁਰੂ ਦੀਆਂ ਉਹਨਾਂ ਨੂੰ ਮਿਲਦੀਆਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹਦੇ ਅੰਦਰ ਪ੍ਰਤੀਤ ਨਹੀਂ, ਭਰੋਸਾ ਨਹੀਂ, ਮਨ ਇਕਾਗਰ ਨਹੀਂ ਕਰ ਸਕਿਆ, ਉਹਦੀ ਕਲਿਆਣ ਨਹੀਂ ਹੋ ਸਕਦੀ ਪ੍ਰਤੱਖ ਰੂਪ ਵਿੱਚ, ਉਹ ਮੁਕਤ ਨਹੀਂ ਹੋਣਾ ਹੈ। ਕਹੋ ਦਿਜਨ ਸੰਗੇ ਹੋ ਬਿਰਤਾਂਤ। ਮਹਾਰਾਜ ਕਹਿੰਦੇ ਬ੍ਰਾਹਮਣਾਂ ਨੂੰ ਜਾ ਕੇ ਸਾਡੇ ਵੱਲੋਂ ਇਹ ਸਵਾਸ ਕਹਿਓ, ਜਿਹੜਾ ਤੁਹਾਡੇ ਨਾਲ ਸਾਡਾ ਬਿਰਤਾਂਤ ਹੋਇਆ ਨਾ, ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਬ੍ਰਾਹਮਣਾਂ ਨੂੰ ਇਹ ਗੱਲ ਜਾ ਕੇ ਪੁੱਛਿਓ। ਮਹਾਰਾਜ ਜੀ ਨੇ ਉਹਨਾਂ ਨੂੰ ਸਿੱਖਾਂ ਨੂੰ ਸਵਾਲ ਕਰਕੇ ਬ੍ਰਾਹਮਣਾਂ ਦੀ ਤਸੱਲੀ ਕਰਾਉਣ ਵਾਸਤੇ ਜੁਗਤ ਦੱਸੀ ਹੈ।
ਰਾਖਸ਼ ਗਹਿਓ ਮਰਦਾਨਾ ਜਾਤ। ਕਿ ਰਾਖਸ਼ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲੇ ਭਾਈ ਮਰਦਾਨਾ ਇੱਕ ਵਾਰੀ ਖਿੱਝ ਗਿਆ। ਇਹ ਵੀ ਕੌਤਕ ਸੀ। ਭਾਈ ਮਰਦਾਨੇ ਨੂੰ ਪਾਪੀਆਂ ਦਾ ਉਧਾਰ ਕਰਨ ਵਾਸਤੇ, ਕੌਤਕ ਰਚਣ ਵਾਸਤੇ ਨਾਲ ਰੱਖਿਆ ਸੀ। ਤਿੰਨਾਂ ਲੋਕਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਨੇ। ਕਹਿੰਦਾ ਮਹਾਰਾਜ ਜੰਗਲ ਬੀਆਬਾਨ ਵਿੱਚ ਤੁਰਿਆ ਜਾਨਾ, 2 ਦਿਨ ਹੋ ਗਏ ਪਾਣੀ ਦੀ ਘੁੱਟ ਨਹੀਂ ਪੀਣ ਨੂੰ ਦਿੱਤੀ, ਆਂਦਰਾਂ ਭੁੱਖ ਦੇ ਵਿੱਚ ਸੜ ਗਈਆਂ, ਰੋਟੀ ਖਾਣ ਨੂੰ ਨਹੀਂ, ਪੱਲੇ ਕੋਈ ਪੈਸਾ ਨਹੀਂ, ਧੇਲਾ ਨਹੀਂ, ਔਰ ਸਰੀਰ ਦੇ ਬਸਤਰ ਵੀ ਫਟ ਗਏ, ਮੇਰੇ ਕੋਲੋਂ ਤੇਰੇ ਨਾਲ ਨਹੀਂ ਰਿਹਾ ਜਾਂਦਾ। ਆ ਚੁੱਕ ਆਪਣੀ ਰਬਾਬ, ਮੈਂ ਚੱਲਿਆ ਘਰ ਨੂੰ, ਮੈਂ ਨਹੀਂ ਰਹਿਣਾ ਤੇਰੇ ਕੋਲੇ। ਮਹਾਰਾਜ ਕਹਿੰਦੇ ਮਰਦਾਨਿਆ ਨਾ ਕਰ, ਤੂੰ ਰਬਾਬ ਨਾ ਵਜਾਈ, ਕੀਰਤਨ ਨਹੀਂ ਹੋਣਾ ਤੇ ਸੰਗਤਾਂ ਦਾ ਭਲਾ ਕਿਵੇਂ ਹੋਏਗਾ, ਨਾ ਕਰ ਇੱਦਾਂ। ਦੇਖੋ ਤਿੰਨਾਂ ਲੋਕਾਂ ਦੇ ਮਾਲਕ ਦਾ ਸਿੱਖ ਨਾਲ ਕਿੰਨਾ ਪਿਆਰ ਹੈ। ਬੱਚਿਆਂ ਨਾਲ ਇੰਨਾ ਪਿਆਰ ਮਾਂ-ਬਾਪ ਨਹੀਂ ਕਰ ਸਕਦੇ ਜਿੰਨਾ ਗੁਰੂ ਸਾਹਿਬ ਆਪਣੇ ਸਿੱਖਾਂ ਨਾਲ ਕਰਦੇ। ਕਹਿੰਦੇ ਨਾ ਕਰ, ਨਾ ਜਾ। ਕਹਿੰਦਾ ਨਹੀਂ ਨਹੀਂ ਜਾਣਾ ਹੀ ਜਾਣਾ, ਤੂੰ ਭੁੱਖਾ ਮਾਰ ਮਾਰ ਕੇ ਲਹੂ ਪੀ ਲਿਆ ਮੇਰਾ, ਮੈਂ ਨਹੀਂ ਤੇਰੇ ਕੋਲੇ ਰਹਿਣਾ, ਮੈਂ ਜਾਣਾ। ਮਹਾਰਾਜ ਕਹਿੰਦੇ ਨਾ ਜਾ, ਮੰਨ ਲੈ, ਪ੍ਰਸ਼ਾਦਾ ਕਿਤੋਂ ਕਿਤੋਂ ਪ੍ਰਬੰਧ ਕਰ ਦਿੰਦੇ ਆ, ਮੈਂ ਜਾ ਕੇ ਜੰਗਲ ਵਿੱਚੋਂ ਤੇਰੇ ਲਈ ਫਲ ਫੁੱਲ ਤੋੜ ਕੇ ਲੈ ਆਉਣਾ, ਜਲ ਦਾ ਕੋਲਾ ਭਰ ਲਿਆਉਣਾ। ਪ੍ਰੇਮ ਦੇ ਛਿੱਟੇ, ਸੀਤਲਤਾ ਦੇ ਛਿੱਟੇ ਮਾਰ ਰਹੇ ਆ ਮਰਦਾਨੇ ਤੇ, ਮੰਨ ਜਾਏ। ਕਹਿੰਦਾ ਨਹੀਂ ਮੈਂ ਚੱਲਿਆ। ਕਹਿੰਦੇ ਚੰਗਾ ਤੇਰੀ ਮਰਜ਼ੀ। ਤੁਰਿਆ, ਥੋੜੇ ਜੇ ਕੋ ਗਿਆ, ਕੌਡੇ ਰਾਖਸ਼ ਨੇ ਚੁੱਕ ਲਿਆ, ਤੇਲ ਦਾ ਕੜਾਹਾ ਤਪਿਆ ਹੋਇਆ। ਕਹਿੰਦਾ ਵੀ ਬੜਾ ਵਧੀਆ ਸ਼ਿਕਾਰ ਮਿਲਿਆ, ਅੱਗੇ ਤਾਂ ਪਸ਼ੂ ਪਸ਼ੂ ਤਲ ਕੇ ਜਾਂ ਮਾੜੇ ਮੋਟੇ ਬੰਦੇ ਤਲ ਕੇ ਖਾਈਦੇ, ਅੱਜ ਤਾਂ ਬਹੁਤਾ ਹੀ ਵਧੀਆ ਮਨੁੱਖ ਆਇਆ, ਇਹਦਾ ਪਕੌੜਾ ਬਣਾ ਕੇ ਤਲ ਕੇ ਚੰਗੀ ਤਰ੍ਹਾਂ ਖਾਵਾਂਗੇ। ਇਉਂ ਰਾਖਸ਼ ਕੌਡੇ ਨੇ ਭਾਈ ਮਰਦਾਨੇ ਨੂੰ ਜਾਂਦੇ ਹੋਏ ਨੂੰ ਚੁੱਕ ਲਿਆ, ਫੜ ਲਿਆ ਕੜਾਹੇ ਵਿੱਚ ਤਲਣ ਵਾਸਤੇ। ਕਰਿਓ ਤੇਲ ਕੋ ਤਪਤ ਕਰਾਹਾ। ਤੇਲ ਦਾ ਕੜਾਹਾ ਲਾਲ ਸੁਰਖ ਕਰ ਲਿਆ, ਉਬਾਲੇ ਮਾਰਨ ਲੱਗ ਗਿਆ। ਜਿਵੇਂ ਬਾਬਾ ਸੁਰਿੰਦਰ ਸਿੰਘ ਜੀ ਅਚਲ ਸਾਹਿਬ ਵਾਲੇ ਹੁਣ ਆਪਣੇ ਸੰਗਤਾਂ ਲਈ ਪਕੌੜੇ ਬਣਾ ਰਹੇ ਆ, ਸੇਵਾ ਕਰ ਰਹੇ ਆ ਘੱਲੂ ਘਾਰੇ ਵਿੱਚ, ਬੜਾ ਪ੍ਰੇਮ ਨਾਲ ਸੇਵਾ ਨਿਭਾ ਰਹੇ ਆ। ਇਉਂ ਤੇਲ ਦਾ ਕੜਾਹਾ ਤਲ ਲਿਆ ਚੰਗੀ ਤਰ੍ਹਾਂ। ਤਿਸ ਮੈਂ ਕੌਡੇ ਪਾਵਨ ਚਾਹਾ। ਕੌਡਾ ਕਹਿੰਦਾ ਹੁਣ ਚਾਹ ਕੇ ਵੀ ਇਹਨੂੰ ਚੁੱਕ ਕੇ ਵਿੱਚ ਸੱਟਣਾ, ਪਾਉਣਾ ਇਹਨੂੰ ਤੇ ਤਲ ਕੇ ਖਾਣਾ, ਬੜੇ ਦਿਨਾਂ ਦੀ ਭੁੱਖ ਲੱਗੀ ਐ। ਸ਼੍ਰੀ ਨਾਨਕ ਉਪਦੇਸ਼ਿਓ ਨਾਮ। ਧੰਨ ਗੁਰੂ ਨਾਨਕ ਸਾਹਿਬ ਨੇ ਨਾਮ ਦਿੱਤਾ ਹੋਇਆ ਸੀ ਭਾਈ ਮਰਦਾਨੇ ਨੂੰ, ਵਾਹਿਗੁਰੂ ਮੰਤਰ, ਗੁਰਸਿੱਖੀ ਦੀ ਦਾਤ ਬਖਸ਼ੀ ਹੋਈ ਸੀ। ਜਿਹੜੇ ਕਹਿ ਦਿੰਦੇ ਭਾਈ ਮਰਦਾਨਾ ਮੁਸਲਮਾਨ ਸੀ, ਜਾਤੀ ਮੁਸਲਮਾਨ ਸੀ ਪਹਿਲਾਂ, ਪਰ ਜਦੋਂ ਮਹਾਰਾਜ ਦੇ ਚਰਨਾਂ 'ਚ ਆ ਗਿਆ, ਮਹਾਰਾਜ ਤੋਂ ਸਿੱਖੀ ਦਾ ਦਾਨ ਲੈ ਕੇ ਗੁਰਸਿੱਖ ਬਣ ਗਿਆ। ਨਾਮ ਦੀ ਦਾਤ ਵਾਹਿਗੁਰੂ ਨਾਮ ਦਿੱਤਾ ਹੋਇਆ ਸੀ ਮਹਾਰਾਜ ਜੀ ਨੇ, ਗੁਰਸਿੱਖੀ ਧਾਰਨ ਕਰਾਈ। ਤੇ ਜਿਹੜਾ ਨਾਮ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੋਇਆ ਸੀ ਉਪਦੇਸ਼ ਦੇ ਕੇ, ਵਾਹਿਗੁਰੂ ਸਿਮਰਿਓ ਮਰਦਾਨੇ ਸੁਖ ਧਾਮ। ਮਰਦਾਨੇ ਨੇ ਆਖਿਆ ਵੀ ਇੱਕ ਬਿਪਤਾ 'ਚੋਂ ਆਇਆ ਸੀ, ਅੱਗੇ ਨਾਲੋਂ 4 ਗੁਣਾ ਵੱਧ ਬਿਪਤਾ ਦੇ ਵਿੱਚ ਫਸ ਗਿਆ। ਉੱਥੇ ਰਹਿੰਦਾ ਜ਼ਿੰਦਗੀ ਤਾਂ ਬਚੀ ਰਹਿਣੀ ਸੀ ਨਾ, ਚਲੋ ਕਿਤੇ ਨਾ ਕਿਤੇ ਰੋਟੀ ਖਵਾਈ ਦੇਣੀ ਸੀ, ਹੁਣ ਤਾਂ ਜਾਨ ਤੋਂ ਹੱਥ ਧੋਣੇ ਪੈ ਗਏ ਹੈ। ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਨਾ ਮਰਦਾਨੇ ਨੇ ਫਿਰ ਵਾਹਿਗੁਰੂ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦਾ ਹੁਣ ਕਿਸੇ ਨੇ ਰੱਖਿਆ ਨਹੀਂ ਕਰਨੀ, ਵਾਹਿਗੁਰੂ ਸਿਮਰਨ ਉਚਾਰਿਆ। ਫਿਰ ਭਾਈ ਮਰਦਾਨੇ ਨੇ ਤਤ ਛਿਨ ਸੀਤਲ ਭਇਓ ਕਰਾਹਾ। ਸਾਧ ਸੰਗਤ ਜੀ ਉਸੇ ਵਕਤ ਭਾਈ ਮਰਦਾਨੇ ਨੂੰ ਚੁੱਕਿਆ ਹੋਇਆ ਕੌਡੇ ਨੇ ਸਿੱਟਣੀ ਲੱਗਾ, ਤੇ ਜਦੋਂ ਭਾਈ ਮਰਦਾਨੇ ਨੇ ਕਿਹਾ ਨਾ, ਡਰ ਦੇ ਮਾਰੇ ਦੀ ਚੀਕ ਨਿਕਲ ਗਈ, ਨਾਲ ਵਾਹਿਗੁਰੂ ਸ਼ਬਦ ਨਿਕਲ ਗਿਆ। ਉਸੇ ਵਕਤ ਹੀ ਤਪਤ ਕਰਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਉਸੇ ਵਕਤ ਤਪਦਾ ਕੜਾਹਾ ਜਿਹੜਾ ਤੇਲ ਦਾ ਸੀ, ਠੰਡਾ ਠਾਰ ਸੀਤਲ ਹੋ ਗਿਆ। ਇਹ ਨਾਮ ਦੀ ਸ਼ਕਤੀ ਹੈ, ਇਹ ਭਰੋਸੇ ਵਾਲਿਆਂ ਤੇ ਕਿਰਪਾ ਵਰਤਦੀ ਹੈ। ਅਭਿਆਸ ਕੀਤਾ ਹੈ, ਗੁਰੂ ਨਾਨਕ ਸਾਹਿਬ ਹਿਰਦੇ ਵਿੱਚ ਵਸੇ ਹੋਏ ਆ। ਇਹ ਤਾਂ ਤੁਹਾਨੂੰ ਪ੍ਰਸੰਨ ਕਰਨ ਲਈ ਮੈਂ ਸ਼ਬਦ ਬੋਲ ਰਿਹਾ, ਚੀਕਾਂ ਉਹਨਾਂ ਦੀਆਂ ਕੀ ਨਿਕਲਣੀਆਂ, ਉਹ ਤਾਂ ਇਹਨਾਂ ਚੀਜ਼ਾਂ ਤੋਂ ਨਿਰਲੇਪ ਉੱਤੇ ਉੱਠੇ ਹੋਏ ਸਨ। ਸਾਡੇ ਵਰਗਿਆਂ ਦੀ ਨਿਕਲ ਜਾਂਦੀਆਂ ਦੁੱਖ ਪੈਣ ਤੋਂ, ਉਹਨਾਂ ਦੇ ਉੱਤੇ ਤਾਂ ਸਦਾ ਹੀ ਗੁਰੂ ਦੀ ਕਿਰਪਾ ਹੈ, ਮਿਹਰ ਹੈ, ਰਹਿਮ ਹੈ। ਹਰ ਕਾ ਅਨੰਤ ਸੋਗ ਨਹੀਂ ਬੀਆ,
ਸੋ ਘਰ ਗੁਰੂ ਨਾਨਕ ਕੋ ਦੀਆ ਵਾਲੀਆਂ ਬਖਸ਼ਿਸ਼ਾਂ ਵਾਲੇ ਗੁਰਸਿੱਖ ਸਨ। ਨਾਮ ਪ੍ਰਤਾਪ ਬਿਦਤ ਜਗ ਮਾਹਾ। ਸੰਸਾਰ ਵਿੱਚ ਪ੍ਰਗਟ ਹੈ ਕਿ ਨਾਮ ਦਾ ਐਡਾ ਪ੍ਰਤਾਪ ਹੈ। ਭਾਈ ਮਰਦਾਨੇ ਨੇ ਕਿਹਾ ਵਾਹਿਗੁਰੂ। ਉਸੇ ਸਮੇਂ ਤਪਦਾ ਕੜਾਹਾ ਤੇਲ ਦਾ ਠੰਡਾ ਠਾਰ ਸੀਤਲ ਬਰਫ਼ ਵਰਗਾ ਹੋ ਗਿਆ। ਕਹੋ ਦਿਜਨ ਸੋ ਅਬ ਕੇ ਜਾਏ। ਇਹ ਸਾਖੀ ਸੁਣਾਇਓ ਬ੍ਰਾਹਮਣਾਂ ਨੂੰ। ਬਾਹਮਣਾਂ ਨੂੰ ਜਾ ਕੇ ਕਹੋ ਤੁਸੀਂ ਸਾਡੇ ਵੱਲੋਂ ਜੇ ਤੁਮ ਸਿਮਰਿਓ ਰਾਮ ਬਣਾਏ। ਇਹ ਬਣਾ ਕੇ ਤੁਸੀਂ ਮਿਹਨਤ ਨਾਲ ਰਾਮ ਦਾ ਸਿਮਰਨ ਕਰਦੇ ਹੋ। ਕਰੋ ਤਪਾਵਨ ਤੇਲ ਕਰਾਹਾ। ਤਾਂ ਫਿਰ ਆਪਾਂ ਰਲ ਕੇ ਤੇਲ ਦਾ ਕੜਾਹਾ ਤਪਾਉਂਦੇ ਹਾਂ। ਹਮ ਤੁਮ ਪਾਵਹਿ ਕਰ ਤਿਸ ਮਾਹਾ। ਬ੍ਰਾਹਮਣੋ ਤੁਸੀਂ ਵੀ ਆਪਣਾ ਹੱਥ ਪਾਓ ਅਸੀਂ ਵੀ ਪਾਵਾਂਗੇ। ਮਹਾਰਾਜ ਨੇ ਸਿੱਖਾਂ ਨੂੰ ਕਹਿਤਾ ਨਾ ਵੀ ਤੁਸੀਂ ਸਾਡੇ ਨਾਮ ਤੇ ਸ਼ੰਕਾ ਕਰਦੇ ਹੋ, ਅਸੀਂ ਆਪਣੇ ਨਾਮ ਦੀ ਸ਼ਕਤੀ ਦਿਖਾ ਦਿੰਨੇ ਆ ਤੁਹਾਨੂੰ ਵੀ ਸਾਡੇ ਨਾਮ ਵਿੱਚ ਕਿੰਨੀ ਸ਼ਕਤੀ ਕਿੰਨੀ ਬਰਕਤ ਹੈ। ਸਾਡੇ ਨਾਮ ਦੀ ਕਰਾਮਾਤ ਦਿਖਾ ਦਿੰਨੇ ਆ ਵਾਹਿਗੁਰੂ ਸ਼ਬਦ ਦੀ। ਕਹਿੰਦੇ ਤੁਸੀਂ ਰਾਮ ਰਾਮ ਕਹਿ ਕੇ ਤਪਦੇ ਕੜਾਹੇ ਵਿੱਚ ਹੱਥ ਪਾ ਦਿਓ ਪਹਿਲਾਂ, ਫਿਰ ਅਸੀਂ ਵਾਹਿਗੁਰੂ ਕਹਿ ਕੇ ਪਾ ਦਿਆਂਗੇ। ਇੱਕ ਸਮ ਸਬਨ ਰਾਮ ਕੋ ਸਿਮਰਨ। ਸਾਰੇ ਕੋਈ ਜਾਂ ਤੁਸੀਂ ਵੀ ਰਾਮ ਦਾ ਸਿਮਰਨ ਕਰਦੇ ਹੋ, ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ। ਤਉ ਅਬ ਮਿਲ ਕੇ ਕੀਜੈ ਪਰਖਨ। ਤੁਸੀਂ ਆਪਣੇ ਰਾਮ ਦੇ ਨਾਮ ਦੀ ਪਰਖ ਕਰ ਲਓ, ਸਾਡੀ ਵਾਹਿਗੁਰੂ ਸ਼ਬਦ ਦੀ ਪਰਖ ਹੋ ਜਾਏਗੀ ਦੋਨਾਂ ਦੀ ਮਿਲਣ ਕਰਕੇ। ਜਗ ਤ੍ਰਿਸ਼ਨਾ ਮੈਂ ਤਪਤ ਕਰਾਹੇ। ਇਹ ਸੰਸਾਰ ਵੀ ਤ੍ਰਿਸ਼ਨਾ ਰੂਪ ਕੜਾਹੇ ਦੇ ਵਿੱਚ ਤਪ ਰਿਹਾ ਹੈ। ਭਾਵ ਇਹ ਸੰਸਾਰ ਜਿਹੜਾ ਹੈ ਤ੍ਰਿਸ਼ਨਾ ਦੇ ਕੜਾਹੇ ਵਿੱਚ ਤਪ ਰਿਹਾ, ਸੜ ਰਿਹਾ ਹੈ। ਦਹੀਅਤ ਨਿਤ ਨਹਿ ਨਿਕਸਨ ਪਾਹੇ। ਨਿਤਾ ਪ੍ਰਤੀ ਤ੍ਰਿਸ਼ਨਾ ਦੀ ਅੱਗ ਵਿੱਚ ਜੀਵ ਸੜ ਰਹੇ, ਨਿਕਲਣਾ ਨਹੀਂ ਪਾ ਰਹੇ ਹਨ। ਤ੍ਰਿਸ਼ਨਾ ਦੀ ਅੱਗ ਤੋਂ ਕੋਈ ਵਿਰਲਾ ਬਚਿਆ ਹੈ। ਗੁਰਮੁਖ ਕੋ ਗੁਰ ਬਖਸ਼ਹਿ ਨਾਮ। ਗੁਰਮੁਖਾਂ ਨੂੰ ਗੁਰੂ ਸਾਹਿਬ ਨੇ ਨਾਮ ਦੀ ਬਖਸ਼ਿਸ਼ ਕੀਤੀ ਹੋਈ ਹੈ ਤ੍ਰਿਸ਼ਨਾ ਦੇ ਸਾੜ ਤੋਂ ਬਚਣ ਲਈ, ਅਸਲੀ ਸੀਤਲਤਾ ਠੰਡ ਪ੍ਰਾਪਤ ਕਰਨ ਲਈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਦੇ ਵਿੱਚ ਅੱਗ ਹੈ ਚਾਰੇ ਪਾਸੇ। ਇੱਕ ਬਰਫ਼ ਵਰਗੀ ਸੀਤਲਤਾ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਵਾਹਿਗੁਰੂ ਨਾਮ ਸਾਨੂੰ ਮਹਾਰਾਜ ਨੇ ਬਖਸ਼ਿਆ, ਜਿਹੜਾ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਦੇ, ਵਿਕਾਰਾਂ ਦੀ ਅੱਗ ਦੇ ਸਾੜ ਨੂੰ ਠੰਡ ਪਾਉਣ ਵਾਲਾ ਹੈ, ਸੀਤਲਤਾ ਦੇਣ ਵਾਲਾ ਹੈ। ਹਰ ਤ੍ਰਿਸ਼ਨਾ ਮਨ ਲਹਿ ਬਿਸਰਾਮ। ਇਹ ਨਾਮ ਤ੍ਰਿਸ਼ਨਾ ਨੂੰ ਮੇਟ ਦਿੰਦਾ ਤੇ ਵਾਹਿਗੁਰੂ ਦੇ ਨਾਮ ਨੂੰ ਜਪਣ ਕਰਕੇ ਮਨ ਵਿੱਚ ਟਿਕਾ, ਸੀਤਲਤਾ, ਠੰਡ ਆ ਜਾਂਦੀ ਹੈ, ਐਨ ਸ਼ਾਂਤੀ ਆ ਜਾਂਦੀ ਹੈ। ਸ਼ਾਂਤੀ ਨਾਮ ਦਾ ਸਿਰਾ ਹੈ। ਜਦੋਂ ਸ਼ਾਂਤੀ ਆ ਗਈ, ਹਿਰਦਾ ਠੰਡਾ ਠਾਰ ਸੀਤਲ ਹੋ ਗਿਆ, ਫਿਰ ਕੁਛ ਰਹਿ ਹੀ ਨਹੀਂ ਗਿਆ ਪਿੱਛੇ। ਸੁਨ ਕਰ ਸ੍ਰੀ ਗੁਰ ਤੇ ਸੋ ਗਏ। ਇਹ ਸਾਰੀ ਵਾਰਤਾ ਸੁਣ ਕੇ ਸਤਿਗੁਰੂ ਜੀ ਕੋਲੋਂ ਬ੍ਰਾਹਮਣ ਗਏ, ਗੁਰੂ ਕੇ ਸਿੱਖ ਗਏ ਬ੍ਰਾਹਮਣਾਂ ਕੋਲੇ। ਪੰਡਤ ਬ੍ਰਿੰਦ ਮਿਲਤ ਜਬ ਭਏ। ਜਦੋਂ ਸਾਰੇ ਪੰਡਤ ਮਿਲੇ ਇਹਨਾਂ ਸਿੱਖਾਂ ਨੂੰ ਆ ਕੇ, ਸਕਲ ਪ੍ਰਸੰਗ ਸੁਨਾਇਓ ਜਬ। ਸਾਰਾ ਪ੍ਰਸੰਗ ਸੁਣਾਇਆ ਬਾਹਮਣਾਂ ਨੂੰ ਜਦੋਂ ਸਿੱਖਾਂ ਨੇ। ਸੰਕ ਮਾਨ ਦਿਜ ਹੋਇ ਕਰ ਤਬੈ। ਬ੍ਰਾਹਮਣ ਕਹਿੰਦੇ ਅਸੀਂ ਤਾਂ ਨਹੀਂ ਹੱਥ ਪਾਉਣਾ ਉਬਲਦੇ ਕੜਾਹੇ, ਤੁਸੀਂ ਤਾਂ ਕਮਲੇ ਆ, ਸਦਾਈ ਆ, ਤੁਸੀਂ ਤਾਂ ਸਿਰ ਵੀ ਵੱਢ ਕੇ ਆਪਣੇ ਗੁਰੂ ਨੂੰ ਦੇ ਦਿੰਦੇ ਆ। ਅਸੀਂ ਤੁਹਾਡੇ ਵਰਗੇ ਮੂਰਖ ਥੋੜੋ ਆ ਵੀ ਆਪਣਾ ਹੱਥ ਸਾੜ ਲਈਏ ਤੇ ਛਾਲੇ ਪੈ ਜਾਣ, ਮੁੜ ਕੇ 1 ਮਹੀਨਾ ਪੱਟੀਆਂ ਕਰਾਉਂਦੇ ਮਰ ਜੀਏ। ਤੁਸੀਂ ਪਾਗਲ ਐ, ਪਾ ਲਓ ਆਪਣੇ ਹੱਥ ਸਾੜ ਲਓ, ਅਸੀਂ ਨਹੀਂ ਸਾੜਨਾ। ਬ੍ਰਾਹਮਣ ਕਹਿੰਦੇ ਅਸੀਂ ਨਹੀਂ ਸਾੜਨੇ ਆਪਣੇ ਹੱਥ। ਇਸ ਕਰਕੇ ਉਹਨਾਂ ਨੇ ਜਵਾਬ ਦੇ ਦਿੱਤਾ ਉਸ ਵਕਤ, ਕੂਰੇ ਭਏ ਹਾਥ ਨਹਿ ਘਾਲਾ। ਕਹਿੰਦੇ ਅਸੀਂ ਹੱਥ ਕਿਉਂ ਪਾਈਏ, ਤੁਸੀਂ ਪਾ ਲਓ, ਭਾਵੇਂ ਸਾਰੇ ਵਿੱਚ ਪੈ ਜਾਓ ਤੇਲ ਦੇ ਭਾਈ, ਦਿਆਲੇ ਵਾਂਗੂ ਉਬਲ ਜਾਓ ਤੁਸੀਂ, ਅਸੀਂ ਨਹੀਂ ਪਾਉਣਾ ਹੱਥ ਉੱਤ। ਤੇ ਫਿਰ ਸਿੱਖ ਕਹਿੰਦੇ ਜੇ ਹੱਥ ਨਹੀਂ ਪਾਉਣਾ ਅੱਜ ਤੋਂ ਬਾਅਦ ਵਾਹਿਗੁਰੂ ਸ਼ਬਦ ਤੇ ਕਿਸੇ ਨੇ ਸ਼ੰਕਾ ਨਹੀਂ ਕਰਨੀ, ਨਹੀਂ ਸੋਧਾ ਲੱਗੂਗਾ। ਭਾਈ ਤਲੋਕਾ ਕਹਿੰਦਾ ਫਿਰ ਸਲੋਤਰ ਫਿਰੂਗਾ ਤੁਹਾਡੇ ਤੇ ਜੇ ਅੱਜ ਤੋਂ ਬਾਅਦ ਵਾਹਿਗੁਰੂ ਸ਼ਬਦ ਤੇ ਕਿਸੇ ਨੇ ਸ਼ੰਕਾ ਕੀਤੀ। ਬ੍ਰਾਹਮਣ ਉਦੋਂ ਹੀ ਤਰਲੇ ਕਰਨ ਲੱਗ ਪਏ, ਕਹਿੰਦੇ ਸਲੋਤਰ ਨਾ ਫੇਰਿਓ, ਬਾਰ-ਬਾਰ ਤੁਹਾਡੇ ਗੁਰੂ ਨੂੰ ਵੀ ਮੱਥਾ ਟੇਕਦੇ ਆ, ਤੁਹਾਡੇ ਸਲੋਤਰ ਦੀ ਮਾਰ ਬੜੀ ਭੈੜੀ ਹੈ, ਤੇ ਇਸ ਕਰਕੇ ਸਾਡਾ ਖਹਿੜਾ ਛੱਡੋ, ਤੁਹਾਡਾ ਨਾਮ ਹੀ ਸਭ ਤੋਂ ਉੱਚਾ, ਅਸੀਂ ਉਸੇ ਨੂੰ ਮੱਥਾ ਟੇਕਦੇ ਹਾਂ, ਪਰ ਸਾਨੂੰ ਤੇਲ ਵਿੱਚ ਨਾ ਸਾੜੋ। ਕਿਉਂ ਬ੍ਰਾਹਮਣ ਝੂਠੇ ਹੋਏ, ਗੁਰੂ ਕੇ ਸਿੱਖਾਂ ਦੀ ਜਿੱਤ ਹੋਈ। ਪਰ ਤੱਕ ਕਿਹਾ ਵੀ ਨਾਮ ਦੀ ਸ਼ਕਤੀ ਦਿਖਾ ਦਿੰਨੇ ਆ, ਵੇਖ ਲਓ ਫਿਰ
ਇਹ ਉਹਨਾਂ ਤੇ ਕਿਰਪਾ ਹੁੰਦੀ ਹੈ ਜਿਨ੍ਹਾਂ ਦਾ ਐਨ ਦ੍ਰਿੜ ਭਰੋਸਾ, ਨਾਮ ਦੀ ਨਾਲ ਕਮਾਈ ਹੋਵੇ, ਐਵੇਂ ਗੱਲਾਂ ਨਾ ਹੋਣ, ਕਮਾਈ ਵੀ ਨਾਮ ਦੀ ਨਾਲ ਹੋਵੇ, ਫਿਰ ਇਹ ਕਿਰਪਾ ਵਰਤਦੀ ਹੈ, ਐਵੇਂ ਨਹੀਂ ਵਰਤ ਜਾਂਦੀ। ਤੇ ਭਰੋਸਾ ਬਹੁਤ ਜ਼ਿਆਦਾ ਹੋਵੇ, ਐ ਮਨ ਡੋਲੇ ਨਾ ਇੱਕ ਪਲ ਲਈ ਵੀ। ਉਹ ਬ੍ਰਾਹਮਣ ਝੂਠੇ ਪੈ ਗਏ ਔਰ ਗੁਰੂ ਕੇ ਸਿੱਖਾਂ ਦੀ ਜਿੱਤ ਹੋਈ। ਇਮ ਸਤਿਗੁਰੂ ਪ੍ਰਤਾਪ ਵਿਸਾਲਾ। ਉਹ ਸਤਿਗੁਰੂ ਜੀ ਦੇ ਘਰ ਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਫੈਲ ਰਿਹਾ ਹੈ। ਇਹ ਐਸੀ ਕਿਰਪਾ ਹੈ, ਨਾਮ ਦੀ ਸ਼ਕਤੀ ਦਾ ਪ੍ਰਤਾਪ ਸਾਰੀ ਦੁਨੀਆ ਵਿੱਚ ਫੈਲ ਗਿਆ। ਤਰਕ ਕਰਨ ਤੇ ਕੀਨ ਸਮਾਉਨ। ਕਹਿੰਦੇ ਆ ਲਾਏ ਕੰਨਾਂ ਨੂੰ ਹੱਥ, ਜਦੋਂ ਤੁਸੀਂ ਲੰਘਿਆ ਕਰੋਗੇ ਤੁਹਾਨੂੰ ਦੂਰੋਂ ਮੱਥਾ ਟੇਕਿਆ ਕਰਾਂਗੇ। ਸਿੱਖਾਂ ਨੂੰ ਕਹਿੰਦੇ ਅਸੀਂ ਚੁੱਪ ਰਿਹਾ ਕਰਾਂਗੇ, ਬੋਲਾਂਗੇ ਨਹੀਂ, ਬਸ ਸਾਡੀ ਤਸੱਲੀ ਹੋ ਗਈ ਹੈ। ਤਰਕਾਂ ਕਰਨ ਵੱਲੋਂ ਇਹ ਮੂਰਖ ਬੰਦੇ ਸਾਧ ਸੰਗਤ ਜੀ ਦੋ ਹੀ ਗੱਲਾਂ ਨਾਲ ਸੂਤਰ ਆਉਂਦੇ ਆ ਜਿਹੜੇ ਨਾਸਤਕ ਹੈ, ਜਾਂ ਤਾਂ ਇਹਨਾਂ ਨੂੰ ਸੋਧਾ ਲੱਗੇ ਤੇ ਜਾਂ ਫਿਰ ਗੁਰੂ ਦੀ ਕਲਾ ਇਹਨਾਂ ਦੇ ਉੱਤੇ ਜਦੋਂ ਵਰਤਦੀ ਹੈ, ਇਹਨਾਂ ਨੂੰ ਗੁਰੂ ਦੀ ਮਾਰ ਜਦੋਂ ਪੈਂਦੀ ਹੈ, ਫਿਰ ਇਹਨਾਂ ਨੂੰ ਪਤਾ ਲੱਗਦਾ। ਪੈਂਦੀ ਜ਼ਰੂਰ ਹੈ, ਕੱਲ ਪੈ ਜੇ ਅੱਜ ਪੈ ਜੇ, ਪੈ ਜਾਂਦੀ ਹੈ। ਵੱਡਿਆਂ ਵੱਡਿਆਂ ਨਾਲ ਇਹ ਕੁਛ ਹੋਇਆ। ਜਿਹੜਾ ਗੁਰੂ ਤੇ ਤਰਕ ਕਰੇਗਾ ਉਹ ਬਖਸ਼ਿਆ ਨਹੀਂ ਜਾਏਗਾ। ਦੋਨੋਂ ਤਰ੍ਹਾਂ ਕਰਕੇ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਡੰਨ ਮਿਲਦਾ, ਜਾਂ ਤਾਂ ਸਿਦਕੀ ਖਾਲਸਾ ਸਲੋਤਰ ਫੇਰ ਦਿੰਦਾ, ਜਾਂ ਫਿਰ ਗੁਰੂ ਘਰ ਵੱਲੋਂ ਹੀ ਐਸੀ ਕਲਾ ਵਰਤ ਜਾਂਦੀ ਹੈ, ਇਹਨਾਂ ਨੂੰ ਫਿਰ ਆਪਣੇ ਪਾਪਾਂ ਦਾ ਫਲ ਭੋਗਣਾ ਪੈ ਜਾਂਦਾ। ਪਾਪੀ ਪਾਪ ਕਮਾਮਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਧਾਣੀਆਂ ਤੂੰ ਮਥੇ ਧਰਮ ਰਾਏ। ਸੋਭਾ ਸਿੰਘ ਕਹਿੰਦਾ ਸੀ ਨਾ, ਰਾਗਮਾਲਾ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਤਾ ਸੀ। ਅੰਮ੍ਰਿਤਸਰ ਸਾਹਿਬ ਦੀ ਸੰਗਤ ਨੇ ਅਕਾਲ ਤਖਤ ਸਾਹਿਬ ਅਰਦਾਸ ਕਰਤੀ ਸੀ ਕਿ ਸੱਚੇ ਪਾਤਸ਼ਾਹ, ਜੇ ਤਾਂ ਰਾਗਮਾਲਾ ਗੁਰਬਾਣੀ ਹੈ ਫਿਰ ਤਾਂ 8 ਦਿਨਾਂ ਦੇ ਵਿੱਚ ਸੋਭਾ ਸਿੰਘ ਨੂੰ ਨਜ਼ਾਰਾ ਦਿਖਾ ਦਿਓ। ਜੇ ਰਾਗਮਾਲਾ ਬਾਣੀ ਨਹੀਂ ਫਿਰ ਸਾਨੂੰ ਪਤਾ ਲੱਗ ਜਾਏ ਵੀ ਨਹੀਂ ਇਹ ਬਾਣੀ, ਫਿਰ ਅਸੀਂ ਨਹੀਂ ਮੰਨਾਂਗੇ। 8 ਦਿਨਾਂ ਦੇ ਵਿੱਚ ਸੋਭਾ ਸਿੰਘ ਦੀ ਜ਼ੁਬਾਨ ਵਿੱਚ ਕੀੜੇ ਪਏ ਸੀ, ਕੀੜੇ ਪੈ ਕੇ ਸੜ ਸੜ ਕੇ ਮਰਿਆ। ਸੰਗਤ ਦੀ ਅਰਦਾਸ ਵਿੱਚ ਸ਼ਕਤੀ ਹੈ, ਬਰਕਤ ਹੈ, ਗੁਰੂ ਦੀ ਕਲਾ ਵਰਤਦੀ ਹੈ। ਇਸ ਕਰਕੇ ਸਾਧ ਸੰਗਤ ਜੀ ਫਿਰ ਇਹਨਾਂ ਨੇ ਮੌਨ ਧਾਰ ਲਈ, ਫੇਰ ਨਹੀਂ ਕਦੇ ਸਿੱਖਾਂ ਤੇ ਤਰਕਾਂ ਕੀਤੀਆਂ, ਸਿੱਖਾਂ ਨੂੰ ਮਖੌਲ ਨਹੀਂ ਕੀਤਾ, ਸਿੱਖਾਂ ਦਾ ਮਜ਼ਾਕ ਨਹੀਂ ਮੁੜ ਕੇ ਉਡਾਇਆ। ਨਹੀਂ ਤਾਂ ਰੋਜ਼ ਰਾਹ ਘੇਰ ਘੇਰ ਕੇ ਸਿੱਖਾਂ ਨੇ ਬੜੀ ਔਖੀ ਸਿੱਖੀ ਕਮਾਈ ਹੈ, ਬਹੁਤ ਔਖੀ ਕਮਾਈ ਹੈ। ਐਵੇਂ ਨਾ ਸੋਚਿਆ ਕਰੋ ਵੀ ਜਿੱਥੇ ਤੱਕ ਹੁਣ ਪਹੁੰਚੇ ਆ, ਇਹ ਸਫ਼ਰ, ਇਹ ਪੰਧ ਬੜੇ ਕਸ਼ਟਾਂ ਦੇ ਵਿੱਚ ਦੀ ਨਿਕਲਿਆ ਸਾਡਾ। ਘੱਲੂ ਘਾਰੇ 3 ਸਾਡੇ ਤੇ ਵਾਪਰੇ ਹੈ, ਕਾਨੂੰ ਬਣ ਦੇ ਸ਼ੰਭ ਦਾ, ਕੋਪਰ ਹੀੜੇ ਦਾ, ਸ੍ਰੀ ਦਰਬਾਰ ਸਾਹਿਬ ਦਾ ਤੀਜਾ ਹਮਲਾ। ਇਹ ਘੱਲੂ ਘਾਰਿਆਂ ਚੋਂ ਕੌਮ ਲੰਘੀ ਹੈ। ਦੇਗਾਂ ਵਿੱਚੋਂ ਬਾਲੇ ਗਏ, ਆਰੇ ਸਿਰਾਂ ਤੇ ਚੱਲੇ ਆ, ਖੋਪਰੇ ਲੱਥੇ ਹੈ। ਤੇ ਦੂਸਰੇ ਬੰਨੇ ਕੁਤਰਕੀ ਬੰਦੇ ਜਿਹੜੇ ਸੀ ਉਹ ਵੀ ਸਾਨੂੰ ਜਿਉਣ ਨਹੀਂ ਦਿੰਦੇ ਸਨ ਪਿੰਡਾਂ ਸ਼ਹਿਰਾਂ ਦੇ ਵਿੱਚ। ਉਹ ਸਾਡਾ ਰੋਜ਼ ਤਰਕਾਂ ਮਾਰ ਮਾਰ ਕੇ ਲਹੂ ਪੀਂਦੇ ਸਨ। ਖਾਲਸੇ ਨੇ ਬਹੁਤ ਦੁੱਖ ਮੁਸੀਬਤਾਂ ਝੱਲ ਕੇ ਇਹ ਮੁਕਾਮ ਹਾਸਲ ਕੀਤਾ। ਖਾਲਸਾ ਜੀ, ਤੁਸੀਂ ਆਪਾਂ ਇੱਥੇ ਬੈਠੇ ਆ, ਕੋਈ ਕੱਲਾ ਦਕੱਲਾ ਸਿੱਖ ਬਾਹਰ ਅੰਦਰ ਕਿਤੇ ਚਲਿਆ ਜਾਵੇ ਨਾ, ਜਿਨ੍ਹਾਂ ਦੀ ਖਾਤਰ ਤੁਸੀਂ ਕੁਰਬਾਨੀਆਂ ਦਿੱਤੀਆਂ ਨਾ, ਜਿਨ੍ਹਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਈ ਹੈ, ਉਹ ਪਾਪੀ ਲੋਕ ਕਿਰਤਕਣ ਅੱਜ ਵੀ ਸਾਡੀ ਦਸਤਾਰ ਨੂੰ ਹੱਥ ਪਾਉਣ ਤੋਂ ਗੁਰੇਜ਼ ਨਹੀਂ ਕਰਦੇ। ਐਡੀਆਂ ਵੱਡੀਆਂ ਮੁਸੀਬਤਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ। ਧੰਨ ਉਹ ਸਿੱਖ ਸਨ ਜਿਨ੍ਹਾਂ ਨੇ ਸਿੱਖੀ ਇੱਥੋਂ ਤੱਕ ਲੈ ਕੇ ਆਂਦੀ। ਇਸ ਕਰਕੇ ਸਿੱਖੀ ਤੋਂ ਕਦੇ ਬੇਮੁਖ ਨਾ ਹੋ। ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਈ ਹੈ, ਇਹ ਰਹਿਮਤਾਂ ਨਾਲ ਪ੍ਰਾਪਤ ਹੋਈ ਹੈ। ਇਸ ਕਰਕੇ ਐਡਾ ਅਮੋਲਕ ਖਜ਼ਾਨਾ, ਇਸ ਨੂੰ ਸੰਭਾਲ ਕੇ ਆਪਣੇ ਪਰਿਵਾਰਾਂ ਵਿੱਚ, ਆਪਣੇ ਬੱਚਿਆਂ ਵਿੱਚ ਰੱਖੀਏ। ਸੋ ਧੰਨ ਉਹ ਸਿੱਖ ਸਨ ਜਿਨ੍ਹਾਂ ਨੇ ਇੱਕ ਇੱਕ ਘਰ ਮੁਸਲਮਾਨਾਂ ਦੇ ਪਿੰਡਾਂ ਵਿੱਚ, ਉਦੋਂ 2-2 ਘਰ ਬ੍ਰਾਹਮਣਾਂ ਦੇ ਪਿੰਡਾਂ ਵਿੱਚ ਸਨ, ਟਿਕਣ ਨਹੀਂ ਦਿੰਦੇ ਸਨ ਸਿੱਖਾਂ ਨੂੰ। ਸਿੱਖਾਂ ਦਾ ਨਿਸ਼ਚਾ ਡਲਾਉਣ ਲਈ ਸਿੱਖਾਂ ਦੇ ਉੱਤੇ ਹਰ ਤਰ੍ਹਾਂ ਦੇ ਵਾਰ ਕਰਦੇ ਸਨ। ਪਰ ਉਹਨਾਂ ਗੁਰਸਿੱਖਾਂ ਨੂੰ ਨਮਸਕਾਰ ਕਰੀਏ ਜਿਨ੍ਹਾਂ ਨੇ ਜ਼ਾਲਮਾਂ 'ਚ, ਗੁਰੂ ਘਰ ਦੇ ਦੋਖੀਆਂ ਦੇ ਵਿੱਚ ਘਿਰ ਕੇ ਵੀ ਆਪਣੀ ਸਿੱਖੀ ਨੂੰ ਬਚਾ ਕੇ ਰੱਖਿਆ, ਆਪਣੇ ਬੱਚਿਆਂ ਨੂੰ ਵੀ ਸਿੱਖੀ ਤੋਂ ਡੋਲਣ ਨਹੀਂ ਦਿੱਤਾ। ਧੰਨ ਉਹ ਗੁਰੂ ਦੇ ਸਿੱਖ, ਧੰਨ ਉਹ ਗੁਰੂ ਕੇ ਲਾਲ ਸਨ।
ਸੋ ਇਉਂ ਫਿਰ ਚੁੱਪ ਕਰ ਗਏ। ਅੱਗੋਂ ਫਿਰ ਕਿਸੇ ਨੂੰ ਜਵਾਬ ਨਹੀਂ ਆਉਂਦਾ ਸੀ। ਜਾਨੀ ਮਹਿਮਾ ਵੱਡ ਗੁਰ ਭਾਉਨ। ਜਾਣ ਲਈ ਇਹਨਾਂ ਨੇ ਕਿ ਗੁਰੂ ਦੇ ਭਾਉਨ ਘਰ ਦੀ ਮਹਿਮਾ ਵੱਡੀ ਤੋਂ ਵੱਡੀ ਹੈ। ਗੁਰੂ ਦੇ ਨਾਮ ਦੀਆਂ ਬਰਕਤਾਂ, ਸ਼ਕਤੀਆਂ। ਹੁਣ ਵਲੀ ਕੰਧਾਰੀ ਨੂੰ ਮਹਾਰਾਜ ਸ਼ਕਤੀ ਨਾ ਦਿਖਾਉਂਦੇ ਨਾ, ਪੱਥਰ ਰੇੜ ਕੇ ਤਿੰਨਾਂ ਨੂੰ ਮਾਰ ਦੇਣਾ ਸੀ ਉਹਨੇ, ਭਾਈ ਬਾਲੇ ਮਰਦਾਨੇ ਨੂੰ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ। ਉਹ ਮੰਨਣ ਵਾਲੇ ਸੀ, ਕੰਧਾਰ ਦੇ ਵਿੱਚ ਰਹਿਣ ਵਾਲੇ ਖੂੰਖਾਰ ਲੋਕ। ਜਦੋਂ ਮਹਾਰਾਜ ਨੇ ਐ ਪੰਜਾ ਲਾਇਆ ਨਾ, ਫੇਰ ਹੀ ਆ ਕੇ ਗੋਡਣੇ ਪਰਨੀ ਹੋਇਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ। ਐਵੇਂ ਸ਼ਕਤੀਆਂ ਦਾ ਖੰਡਨ ਕਰੀ ਜਾਣਾ। ਜੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਰਾਮਾਤਾਂ ਨਹੀਂ, ਸ਼ਕਤੀਆਂ ਨਹੀਂ, ਫਿਰ ਨਰਕਧਾਰੀਆਂ ਦੇ ਘਰਾਂ ਵਿੱਚ ਸ਼ਕਤੀਆਂ। ਸਾਧ ਸੰਗਤ ਜੀ, ਗੁਰੂ ਘਰ ਥਾ ਸ਼ਕਤੀਆਂ ਦਾ ਖਜ਼ਾਨਾ, ਕਰਾਮਾਤਾਂ ਦਾ ਖਜ਼ਾਨਾ। ਸੰਤ ਭਾਈ ਮਨੀ ਸਿੰਘ ਜੀ ਦਿਆਲਪੁਰੇ ਭਾਈ ਕੇ ਵਾਲੇ ਅਫਰੀਕਾ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਗਏ। ਰੀਠੇ ਮਿੱਠੇ ਕਰਨ ਦੀ ਸਾਖੀ ਸੁਣਾਈ ਤਾਂ ਇੱਕ ਕਾਮਰੇਡ ਸੰਗਤ ਵਿੱਚ ਖੜਾ ਹੋ ਗਿਆ। ਕਹਿੰਦਾ, ਸੰਤਾ ਕੁਫਰ ਨਾ ਤੋਲੋ, ਰੀਠੇ ਮਿੱਠੇ ਨਹੀਂ ਹੋ ਸਕਦੇ। ਮੈਂ ਨਹੀਂ ਮੰਨਦਾ। ਐਵੇਂ ਲੋਕਾਂ ਨੂੰ ਕਹਿੰਦਾ ਮਗਰ ਲਾਉਣ ਵਾਸਤੇ ਗੁਰੂ ਨਾਨਕ ਸਾਹਿਬ ਦੀਆਂ ਝੂਠੀਆਂ ਗੱਲਾਂ ਬਣਾਈਆਂ ਤੁਸੀਂ। ਸੰਤ 101 ਜਪਜੀ ਸਾਹਿਬ ਦਾ ਰੋਜ਼ ਪਾਠ ਕਰਦੇ ਸੀ ਸੰਤ ਭਾਈ ਮਨੀ ਸਿੰਘ ਜੀ ਦਿਆਲਪੁਰੇ ਭਾਈ ਕੇ ਵਾਲੇ। ਬੜੀ ਕਰਨੀ ਵਾਲੀ ਆਤਮਾ, ਸਾਦਾ ਜੀਵਨ, ਬਹੁਤ ਸਾਦੇ ਬਸਤਰ। ਕੀਰਤਨ ਕਰਨਾ ਤੇ ਸੰਗਤ ਨੇ ਮੰਤਰ ਮੁਗਧ ਹੋ ਜਾਣਾ। ਉਹਨੂੰ ਕਹਿੰਦੇ ਮਹਾਂਪੁਰਖ ਨਿਮਰਤਾ ਦੇ ਪੁੰਜ ਹੈ। ਕਹਿੰਦੇ ਭਾਈ ਤੇਰੀ ਤਸੱਲੀ ਕਿਵੇਂ ਹੋਏਗੀ? ਸਖਤ ਨਹੀਂ ਬੋਲੇ। ਜਿਹਦੇ ਹਿਰਦੇ ਵਿੱਚ ਬਰਕਤਾਂ ਹੁੰਦੀਆਂ ਉਹਨੂੰ ਮਾਣ ਹੁੰਦਾ ਆਪਣੇ ਗੁਰੂ ਤੇ। ਕਹਿੰਦਾ ਉਹ ਸਾਦਾ ਆਪਣੇ ਗੁਰੂ ਦੀ ਗੱਲ ਛੱਡ, ਰੀਠੇ ਅੱਜ ਮਿੱਠੇ ਕਰਕੇ ਦਿਖਾ। ਸੰਤ ਕਹਿੰਦੇ ਜਾ ਲੈ ਦੁਨੀਆ ਦੇ ਜਿਹੜੇ ਵੀ ਕੌੜੇ ਤੋਂ ਕੌੜੇ ਰੀਠੇ ਲੈ ਕੇ ਆ। ਬਾਜ਼ਾਰ ਵਿੱਚ ਗਿਆ, ਕੌੜੇ ਰੀਠੇ ਲਿਆਂਦੇ। ਕਹਿੰਦਾ ਮਿੱਠੇ ਕਰਕੇ ਦਿਖਾ ਦੇ, ਤੇਰੇ ਗੁਰੂ ਨੂੰ ਮੰਨ ਜਾਗਾ। ਜਿੱਥੇ ਗੁਰੂ ਦੀ ਗੱਲ ਆ ਜਾਂਦੀ ਹੈ ਉੱਥੇ ਸਿੱਖ ਫਿਰ ਸਭ ਕੁਝ ਆਪਣਾ ਦਾਅ 'ਤੇ ਲਾ ਦਿੰਦਾ। ਸੰਤਾਂ ਨੇ ਰੀਠੇ ਫੜ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਐਂ ਖਲੋ ਗਏ। ਕਹਿੰਦੇ ਸੱਚੇ ਪਾਤਸ਼ਾਹ, ਤੁਸੀਂ ਸਿੱਧਾਂ ਦਾ ਮਾਣ ਮੇਟਣ ਵਾਸਤੇ ਪਹਿਲੇ ਸਰੂਪ ਵਿੱਚ ਰੀਠੇ ਮਿੱਠੇ ਕੀਤੇ ਸੀ। ਅੱਜ ਉਹੀ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਤੁਸੀਂ ਹਾਜ਼ਰ ਨਾਜ਼ਰ ਹੋ। ਇਹ ਨਾਸਤਕ ਨੇ ਤੁਹਾਡੀ ਕਰਾਮਾਤ ਤੇ ਤੁਹਾਡੇ ਸਰੂਪ ਤੇ ਸ਼ੰਕਾ ਕੀਤੀ ਹੈ। ਇਸ ਕਰਕੇ ਮਹਾਰਾਜ ਅੱਜ ਵੀ ਤੁਸੀਂ ਸਦਾ ਹਾਜ਼ਰ ਨਾਜ਼ਰ ਹੋ ਤੇ ਇਹਨਾਂ ਨੂੰ ਮਿੱਠੇ ਕਰ ਦਿਓ। ਸੱਚੇ ਪਾਤਸ਼ਾਹ ਮੇਰੀ ਅਰਦਾਸ ਹੈ। ਮੈਂ ਕੱਲ ਕਿਹਾ ਸੀ, ਜਨ ਬਣਨਾ ਬੜਾ ਔਖਾ। ਅਰਦਾਸ ਦੇ ਬੋਲ ਤਾਂ ਪੜ੍ਹ ਲੈਂਦੇ ਹਾਂ ਵੀ ਬਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ, ਸੂਈ ਦੇ ਨੱਕੇ ਵਿੱਚੋਂ ਲੰਘਦਾ ਜਨ ਦਾ ਜੀਵਨ। ਸੌਖਾ ਨਹੀਂ ਹੈ, ਬਹੁਤ ਕਠਿਨ ਹੈ, ਬਹੁਤ ਘਾਲੀ ਹੈ ਪ੍ਰਭੂ ਦੇ ਪਿਆਰਿਆਂ ਨੇ। ਅਰਦਾਸ ਕੀਤੀ, ਕਹਿੰਦੇ ਜਾ ਖਾ ਲੈ। ਇੱਕ ਖਾਧਾ, ਦੂਜਾ ਖਾਧਾ, ਛੁਹਾਰਿਆਂ ਨਾਲੋਂ ਵੀ ਮਿੱਠੇ। ਜੀਵਨ ਬਦਲ ਗਿਆ। ਉੱਠ ਕੇ ਖੜਾ ਹੋ ਕੇ ਗਲ ਵਿੱਚ ਪੱਲਾ ਪਾ ਕੇ ਅੱਖਾਂ ਵਿੱਚੋਂ ਅਥਰੂ ਡਿੱਗਦੇ ਆ। ਕਹਿੰਦਾ ਗੁਰੂ ਨਾਨਕ ਸਾਹਿਬ ਤੇਰੀ ਨਿੰਦਿਆ ਕੀਤੀ ਸਾਰੀ ਜ਼ਿੰਦਗੀ, ਮੈਨੂੰ ਨਰਕਾਂ ਵਿੱਚ ਢੋਈ ਨਹੀਂ ਮਿਲਣੀ। ਮਹਾਂਪੁਰਖਾਂ ਨੂੰ ਕਹਿੰਦਾ ਮਹਾਰਾਜ ਮੈਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਮੇਰਾ ਭਲਾ ਕਰ ਦਿਓ। ਅੰਮ੍ਰਿਤ ਛਕਾਇਆ ਪੰਜਾਂ ਪਿਆਰਿਆਂ ਕੋਲ। ਐ ਗੁਰਸਿੱਖਾਂ ਨੇ ਘਾਲੀਆਂ ਸਾਧ ਸੰਗਤ ਜੀ। ਇਸ ਕਰਕੇ ਹੁਣ ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ। ਇਹ ਗੁਰਸਿੱਖਾਂ ਦੀ ਬਹੁਤ ਵੱਡੀ ਘਾਲਣਾ ਹੈ। ਇਸ ਮੁਕਾਮ 'ਤੇ ਆਪਾਂ ਐਵੇਂ ਨਹੀਂ ਪਹੁੰਚੇ। ਸਾਡੇ ਸਿੱਖ ਮਹਾਂਪੁਰਖਾਂ ਨੇ ਭਗਤੀ ਦੀ ਕਮਾਈ ਕੀਤੀ, ਸੇਵਾ ਦੀ ਕਮਾਈ ਕੀਤੀ, ਗੁਰਸਿੱਖਾਂ ਨੇ ਕੀਤੀ, ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ, ਤਾਂ ਇਸ ਮੰਜ਼ਿਲ 'ਤੇ ਆਪਾਂ ਪਹੁੰਚੇ ਹਾਂ। ਕੱਲ੍ਹ ਦੀ ਗੱਲ ਹੈ ਦਰਬਾਰ ਸਾਹਿਬ ਦਾ ਹਮਲਾ। ਕੱਲ੍ਹ ਦੀਆਂ ਗੱਲਾਂ, ਸਾਡੇ ਉੱਤੇ ਕਿੱਡਾ ਵੱਡਾ ਹਮਲਾ ਹੋਇਆ ਅਸੀਂ ਭੁੱਲੀ ਜਾ ਰਹੇ ਹਾਂ। ਇਹ ਸਾਡੀ ਸਿੱਖੀ 'ਤੇ ਹਮਲਾ ਸੀ, ਸਾਡੇ ਗੁਰਧਾਮਾਂ 'ਤੇ ਹਮਲਾ ਸੀ, ਸਾਡੀ ਹੋਂਦ 'ਤੇ ਹਮਲਾ ਸੀ, ਔਰ ਆਏ ਦਿਨ ਹੋ ਰਹੇ ਆ। ਜੇ ਮਹਾਂਪੁਰਖ ਨਾ ਉੱਠਦੇ ਨਾ ਤਾਂ ਪੰਜਾਬ ਦੀ ਧਰਤੀ 'ਤੇ ਤੁਹਾਨੂੰ ਕੋਈ ਸਿੱਖ ਲੱਭਣਾ ਬੜਾ ਔਖਾ ਸੀ। ਗੁਰੂ ਮਹਾਰਾਜ ਨੇ ਭੇਜਿਆ ਉਹਨਾਂ ਨੂੰ ਇਹੋ ਜਿਹੇ ਔਖੇ ਸੰਕਟਮਈ ਸਮੇਂ ਦੇ ਵਿੱਚ ਸੀ ਕਿ ਮੇਰੇ ਪੰਥ ਦੀ ਸੇਵਾ ਇਹਨਾਂ ਤੋਂ ਇਸ ਵਰਤਮਾਨ ਸਮੇਂ ਵਿੱਚ ਕਰਾਉਣੀ ਹੈ।
ਉਹਨਾਂ ਨੇ ਸ਼ਹੀਦੀਆਂ ਦੇ ਕੇ ਸੇਵਾ ਕੀਤੀ ਹੈ। ਸੋ ਉਹਨਾਂ ਦੀ ਯਾਦ ਆਪਾਂ ਮਨਾ ਰਹੇ ਹਾਂ। ਸਾਧ ਸੰਗਤ ਜੀ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਬਹੁਤ ਸਮਾਂ ਹੋ ਗਿਆ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਜਿੰਨੇ ਮਹਾਂਪੁਰਖ ਆਏ ਸਾਰਿਆਂ ਦਾ ਧੰਨਵਾਦ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਕਰਨਗੇ, ਪਤਵੰਤੇ ਸੱਜਣਾ ਦਾ ਵੀ ਉਹੀ ਧੰਨਵਾਦ ਕਰਨਗੇ। ਇਸ ਕਰਕੇ ਮੈਂ ਸਭ ਦਾ ਹੀ ਰੋਮ ਰੋਮ ਕਰਕੇ ਮਹਾਂਪੁਰਖਾਂ ਦਾ, ਪਤਵੰਤੇ ਗੁਰਮੁਖਾਂ ਦਾ, ਗੁਰੂ ਕੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਦੇਗ ਲੈਣ ਤੋਂ ਉਪਰੰਤ ਸਾਰਿਆਂ ਨੇ ਲੰਗਰ ਛਕ ਕੇ ਜਾਣਾ। ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।